मेरे दादी जी ਦੀ ਮੇਰੇ ਕੋਲ ਇੱਕੋ ਹੀ ਨਿਸ਼ਾਨੀ ਹੈ, ਇਹ ਚਾਂਦੀ ਦਾ ਸੁਰਮਚੂ ਹੈ। ਇਹ ਦਾਦੀ ਜੀ ਨੇ ਦਿੱਤਾ ਸੀ ਮੇਰੇ ਬਰਥ ਵੇਲੇ ਸੁਰਮਾ ਪਾਉਣ ਨੂੰ। ਅੱਜਕੱਲ ਤਾਂ ਇਹ ਇੱਟਾਂ ਜਿਹੜੀਆਂ ਨੇ ਦੇਖਣ ਨੂੰ ਨਹੀਂ ਮਿਲਦੀਆਂ। ਬਠਿੰਡੇ ਦਾ ਜਿਹੜਾ ਕਿਲਾ ਹੈ, ਕਿਲਾ ਮੁਬਾਰਕ, ਇਹ ਬਣਿਆ ਹੈ 90 AD to 110 AD ਦਾ। ਇਹ ਉਹਦੀ ਇੱਟ ਹੈਗੀ ਹੈ। ਕਿੰਨੇ ਕੁ ਸਾਲ ਪੁਰਾਣੀ ਇਹ ਗੱਡੀ ਹੈਗੀ ਹੈ? ਬਹੁਤ ਪੁਰਾਣੀ ਹੈਗੀ ਹੈ, ਜੈਸਲਮੇਰ 'ਚ ਇਹ ਬਣਦੀਆਂ। ਤੇ ਇਹ ਜਿਹੜੇ ਗੱਡੀਆਂ ਨਾ ਲਹਾਰ ਕਹਿੰਦੇ ਆ, ਅੱਛਾ, ਇਹ ਉਹਨਾਂ ਦੀਆਂ ਉਹ ਯੂਜ਼ ਕਰਦੇ ਸੀ। ਇਹਦੀ ਖਾਸੀਅਤ ਕੀ ਹੈਗੀ ਹੈ? ਕੀ ਕੀ ਚੀਜ਼ਾਂ ਸਪੈਸ਼ਲ ਨੇ ਇਹਦੇ ਵਿੱਚ? ਜਦੋਂ ਮੇਰੇ ਕੋਲੇ ਆਈ ਹੈ, ਇਹ ਈਜ਼ੀ ਨਹੀਂ ਸੀ ਟਰੱਕ ਤੋਂ ਲਾਉਣੀ। ਫਿਰ ਗਾਰਡਰ ਮੰਗਵਾ ਕੇ ਗਾਰਡਰ ਲਾਏ, ਮਤਲਬ ਬਹੁਤ ਸੰਭਾਲ ਮੰਗਦੀ ਹੈ। ਤਾਂ ਹੀ ਤਾਂ ਅਸੀਂ ਗਜ਼ੀਬੋ ਇਹਦੇ ਲਈ ਬਣਾਇਆ। ਇਹ ਜੁੱਤੀ ਕਿੰਨੇ ਸਾਲ ਪੁਰਾਣੀ ਹੈਗੀ? ਇਹ 35 ਇਅਰਸ 올ਡ ਹੈ। ਇਹ ਮੇਰੇ ਵਿਆਹ ਵੇਲੇ ਦੀ ਹੈ, ਮੈਂ ਵਿਆਹ ਵੇਲੇ ਇਹੀ ਪਾਈ ਸੀ। ਕਿਲਾ ਕਿਹੜਾ ਹੈਗਾ? ਗ੍ਰੇਟ ਗ੍ਰੈਂਡਫਾਦਰ ਨੇ ਜਿਹੜੀ ਹਵੇਲੀ ਬਣਾਈ ਹੈ, ਇਹ ਸਾਡੇ ਪਿੰਡ ਦਰਵਾਜ਼ਾ ਹੈਗਾ। ਇਹਨੂੰ ਤਵਾ ਕਹਿੰਦੇ ਆ ਪੰਜਾਬੀ 'ਚ, ਜਾਂ ਆਪਣਾ ਕੀ ਕਹਿੰਦੇ ਆ ਰਿਕਾਰਡ। ਇਹ ਮੇਰੇ ਨਾਨਾ ਜੀ ਦੇ ਆ। ਆਹ ਜਿਹੜਾ ਫੈਨ ਹੈ, ਟੇਬਲ ਫੈਨ, ਇਹ ਵੀ ਮੇਰੀ ਇੱਕ ਫਰੈਂਡ ਹੈਗੀ ਹੈ, ਉਹਦੇ ਮਦਰ ਨੇ ਦਿੱਤਾ। ਤੇ ਇਹ ਕਿੰਨੇ ਸਾਲ ਪੁਰਾਣਾ ਹੋਣਾ? ਇਹ 50s ਦਾ ਹੈ। ਇਹ ਕਿਆ ਚੀਜ਼ਾਂ ਹੈਗੀਆਂ ਕਿ ਪਰਾਂਦੀਆਂ ਹੈਗੀਆਂ? ਕੀ ਚੀਜ਼ ਹੈਗੀ? ਆਹ ਤਾਂ ਹੈਗੇ ਜੀ ਨਾਲੇ। ਕਿੰਨੇ ਪੁਰਾਣੇ ਹੈਗੇ ਆ? ਕਿੱਥੋਂ ਬਣਵਾਏ ਸੀਗੇ? ਇਹ 1960 ਦੇ ਜੀ, ਮੇਰੇ ਮਦਰ ਦੇ ਵਿਆਹ ਦੇ ਆ। ਹਰ ਇੱਕ ਚੀਜ਼ ਇੱਥੇ ਦੇਖੀ ਹੈ 100 ਸਾਲ ਪੁਰਾਣੀ ਹੋਵੇ, 200 ਸਾਲ ਪੁਰਾਣੀ ਤੱਕ ਚੀਜ਼ਾਂ ਤੁਸੀਂ ਸਾਂਭੀਆਂ ਹੋਈਆਂ ਨੇ। ਕਿਸ ਤਰ੍ਹਾਂ ਦੇ ਨਾਲ ਇਹ ਸ਼ੌਂਕ ਪਿਆ ਤੁਹਾਨੂੰ? ਬਚਪਨ 'ਚ ਇਹ ਚੀਜ਼ਾਂ ਬਹੁਤ ਹੀ ਇਹ ਤੋਂ ਵਾਂਝਾ ਰੱਖਿਆ ਗਿਆ ਹੁੰਦਾ ਤਾਂ ਮੈਨੂੰ ਸ਼ਾਇਦ ਸ਼ੌਕ ਨਾ ਹੁੰਦਾ। ਜਦੋਂ ਮੈਂ ਦੇਖਿਆ, ਮੈਂ ਹੁਣ ਉਹ ਕਿਵੇਂ ਭੁਲਾ ਦਾਂ। ਮੈਨੂੰ ਪਤਾ ਨਹੀਂ ਸੀ ਕਿ ਬਲੈਕ ਨੂੰ ਐ ਸੂਫ ਦਾ ਕਹਿੰਦੇ ਆ। ਇਹ ਵੀ ਮੇਰੀ ਫਰੈਂਡ ਰੇਨੂ, ਉਹਦੇ ਮਦਰ ਨੇ ਮੈਨੂੰ ਦਿੱਤਾ। ਇਹ ਫੋਟੋ ਕਿਹਨਾਂ ਦੀ ਹੈਗੀ? ਇਹ ਮੇਰੇ ਗ੍ਰੈਂਡਫਾਦਰ ਹੈ। ਹੀ ਐਕਸਪਾਇਰਡ ਇਨ 1996। ਤੇ ਉਹਨਾਂ ਦਾ ਮੇਰੇ ਕੋਲ ਇੱਕ ਸੂਟਕੇਸ ਹੈ, ਉਹਨਾਂ ਦੀ ਪੱਗ ਹੈ, ਢਾਠੀ ਹੈ। ਤੇ ਜੋ ਵੀ ਉਹਨਾਂ ਦੇ ਸੂਟਕੇਸ 'ਚ ਜਿਵੇਂ ਪੈਸੇ ਪਏ ਸੀਗੇ, ਮੈਂ ਉਵੇਂ ਆਪਣਾ ਸੰਭਾਲ ਲਿਆ ਐਜ਼ ਅ ਰਿਮੈਂਬਰੈਂਸ। ਕੀ ਕੀ ਚੀਜ਼ਾਂ ਹੋਰ ਕਰਦੇ ਹੋ? ਲਿਖਦੇ ਹੋ? ਕਿਸ ਬਾਰੇ ਲਿਖਦੇ ਹੋ? 9 ਸਾਲ ਤੋਂ ਮੈਂ ਜਿੱਤਦੀ ਆ ਰਹੀ ਹਾਂ, ਤੇ ਇਸ ਵਾਰ ਫਿਰ ਮੈਂ ਸਬਾਬੀ ਕੋਈ ਬਣਦਾ ਤੇ ਨੈਸ਼ਨਲ 'ਚ ਜਾ ਕੇ ਆਈ ਫਸਟ ਟਾਈਮ। ਤੇ ਉੱਥੇ ਮੈਂ ਡਿਸਕਸ ਥਰੋ ਵਿੱਚ 골ਡ ਮੈਡਲ ਜਿੱਤਿਆ ਤੇ 100 मीटर रेस ਵਿੱਚ सेकंड आई। ये बड़ी नाजुक चीज़ है। अगर हम इसको ऐसे ज़ोर से उठाते हैं और कोई तेज़ ब्रश मारते हैं तो ये सारे ख़राब हो जाएंगे। बड़े ध्यान से इनको साफ़ करना होता है। हमारे पास कॉटन जैसा ब्रश रखा हुआ है। You know what is this? ਆਹ ਵਾਲਾ ਇਹ ਅੱਜ ਕੱਲ ਤਾਂ ਨਹੀਂ ਕਦੇ ਦੇਖਣ ਨੂੰ ਮਿਲਦੀਆਂ ਨਾ। ਇਹ ਪਸੇਰੀ ਹੈ। ਇਹਨੂੰ ਜਦੋਂ ਸਾਡੇ ਤਾਂ ਉਧਰ ਆਏ ਸੀ ਨਾ, ਜਦੋਂ ਨਰਮਾ ਤੋਲਦੇ ਸੀ ਕੰਡੇ ਤੇ, ਤਾਂ ਇਹ 5 ਕਿਲੋ ਦੀ ਹੈ। 5 ਕਿਲੋ ਨੂੰ ਕਹਿੰਦੇ ਆ ਵੀ ਪਸੇਰੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਕਰੋਲ ਪੰਜਾਬ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਜੈ ਵਰਮਾ। ਗੱਲਬਾਤ ਕਰਾਂਗੇ ਪੰਜਾਬ ਦੇ ਵਿਰਸੇ ਨੂੰ ਲੈ ਕੇ। ਅਗਰ ਅੱਜ ਦੀ ਗੱਲਬਾਤ ਕਰ ਲਈਏ ਤਾਂ ਅੱਜ ਕੱਲ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅੱਜ ਕੱਲ ਟੈਂਪਰੇਰੀ ਹੋ ਚੁੱਕੀਆਂ ਨੇ, ਚਾਹੇ ਉਹ ਰਿਲੇਸ਼ਨਸ਼ਿਪ ਹੋਣ ਜਾਂ ਫਿਰ ਕੋਈ ਪੁਰਾਣੀਆਂ ਚੀਜ਼ਾਂ ਹੋਣ। ਤਾਂ ਬੰਦਾ ਕਹਿੰਦਾ ਹੈ ਕਿ ਨਵੀਂ ਚੀਜ਼ ਲੈ ਕੇ ਆਵਾਂਗੇ, ਇਹ ਚੀਜ਼ ਜਿਹੜੀ ਹੈ ਖ਼ਰਾਬ ਹੋ ਚੁੱਕੀ ਹੈ। ਪਰ ਪੰਜਾਬ ਦੇ ਵਿਰਸੇ ਨੂੰ ਲੈ ਕੇ ਅੱਜ ਇੱਕ ਖਾਸ ਸ਼ਖਸੀਅਤ ਨਾਲ ਰੂਬਰੂ ਹੋਵਾਂਗੇ, ਜਿਨ੍ਹਾਂ ਨੇ ਉਹ ਪੰਜਾਬ ਦਾ ਵਿਰਸਾ ਸਾਂਭਿਆ ਹੋਇਆ, ਜਿਹੜਾ 200 ਤੋਂ ਜ਼ਿਆਦਾ ਸਾਲ ਪੁਰਾਣਾ ਹੈਗਾ। ਤੇ ਅੰਦਰ तमाम ਤਸਵੀਰਾਂ ਦਿਖਾਵਾਂਗੇ, ਰੂਬਰੂ ਹੋਵਾਂਗੇ ਤੇ ਗੱਲਬਾਤ ਕਰਾਂਗੇ ਉਸ तमाम ਚੀਜ਼ਾਂ ਨੂੰ ਲੈ ਕੇ, ਜੇ ਪੰਜਾਬੀ ਵਿਰਸੇ ਨੂੰ ਲੈ ਕੇ ਜੋ ਇਹਨਾਂ ਵੱਲੋਂ ਸਾਂਭੀਆਂ ਗਈਆਂ ਨੇ। ਮੈਮ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਮ ਸਭ ਤੋਂ ਪਹਿਲਾਂ ਸਵਾਲ ਮੇਰਾ ਇਹੀ ਹੈ, ਅੱਜ ਕੱਲ ਸਾਰੀਆਂ ਚੀਜ਼ਾਂ ਟੈਂਪਰੇਰੀ ਹੋ ਚੁੱਕੀਆਂ ਨੇ। ਹਾਂਜੀ। ਚਾਹੇ ਉਹ ਕੋਈ ਵੀ ਚੀਜ਼ ਹੋਵੇ, ਚਾਹੇ ਰਿਲੇਸ਼ਨਸ਼ਿਪ ਹੋਣ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਚੀਜ਼ ਹੋਵੇ, ਬੰਦਾ ਕਹਿੰਦਾ ਹੈ ਕਿ ਖਰਾਬ ਹੋ ਗਈ, ਇਹਨੂੰ ਸੁੱਟ ਦਿਓ। ਇੰਨਾ ਮੋਹ, ਇੰਨਾ ਪਿਆਰ ਆਪਣੇ ਵਿਰਸੇ ਦੇ ਨਾਲ ਕਿਸ ਤਰ੍ਹਾਂ ਪੈ ਗਿਆ? ਇਹ ਤਾਂ ਆਈ ਥਿੰਕ ਗੋਡ ਗਿਵਨ ਗਿਫਟ ਹੀ ਹੁੰਦਾ ਹੈ। ਅਦਰਵਾਈਜ਼ ਹੋਰ ਵੀ ਹੈਗੇ, ਮੇਰੇ ਕਜ਼ਨਸ ਹੈ, ਹੋਰ ਹੈ। ਤੇ ਆਈ ਥਿੰਕ ਇਹ ਤਾਂ ਇਨਬਿਲਟ ਹੀ ਹੁੰਦਾ ਕਈ ਵਾਰੀ ਨਾ ਬੰਦੇ 'ਚ। ਤੇ ਨੈਚੁਰਲੀ ਜਦੋਂ ਤੁਸੀਂ ਆਪਦੇ ਬਜ਼ੁਰਗਾਂ ਦੇ ਨੇੜੇ ਰਹਿੰਦੇ ਹੋ ਤਾਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਮੈਨੂੰ ਆਪਣੇ ਨਾਨਕੇ ਦਾਦਕੇ ਛੁੱਟੀਆਂ 'ਚ ਜਾ ਕੇ ਬਹੁਤ ਕੁਝ ਦੇਖਣ ਨੂੰ ਮਿਲਿਆ, ਜਿਹੜਾ ਕਿ ਮੈਂ ਭੁਲਾ ਨਹੀਂ ਸਕਦੀ। ਇਸ ਕਰਕੇ ਮੈਂ ਇਹਦੇ ਨਾਲ ਜੁੜੀ ਹਾਂ।
ਮੈਡਮ ਸ਼ੁਰੂਆਤ ਇੱਥੋਂ ਕਰ ਲੈਂਦੇ ਆ ਸਭ ਤੋਂ ਪਹਿਲਾਂ। ਤੇ ਇਹ ਤਸਵੀਰਾਂ ਤੁਸੀਂ ਲਾਈਆਂ ਹੋਈਆਂ ਨੇ, ਇਹ ਤਸਵੀਰਾਂ ਕਿਹਨਾਂ ਦੀ ਹੈਗੀਆਂ ਨੇ? ਇਹ ਤਾਂ ਹੈਗੇ ਜੀ ਮੇਰੇ ਗ੍ਰੇਟ ਗ੍ਰੈਂਡਫਾਦਰ, ਹਾਂਜੀ। ਮੇਰੇ ਗ੍ਰੈਂਡਫਾਦਰ ਤੇ ਦਾਦੀ ਜੀ ਜਿਨ੍ਹਾਂ ਨੂੰ ਮੈਂ ਦੇਖਿਆ ਨਹੀਂ, ਐਂਡ ਮਾਈ ਫਾਦਰ, ਮੇਰੇ ਨਾਨਾ ਜੀ, ਪੜਨਾਨਾ ਜੀ ਜਿਨ੍ਹਾਂ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਦੇਖਿਆ, ਤੇ ਇਹ ਉਦੋਂ ਵੱਡੇ ਬਜ਼ੁਰਗ ਹੈ। ਤੇ ਉਸ ਤੋਂ ਬਾਅਦ ਗੱਲਬਾਤ ਕੀਤੀ ਜਾਵੇ ਤਾਂ ਮੈਡਮ ਹਰ ਇੱਕ ਚੀਜ਼ ਇੱਥੇ ਦੇਖੀ ਹੈ, ਚਾਹੇ ਉਹ 100 ਸਾਲ ਪੁਰਾਣੀ ਹੋਵੇ, 200 ਸਾਲ ਪੁਰਾਣੀ ਤੱਕ ਚੀਜ਼ਾਂ ਤੁਸੀਂ ਸਾਂਭੀਆਂ ਹੋਈਆਂ ਨੇ। ਕਿਸ ਤਰ੍ਹਾਂ ਦੇ ਨਾਲ ਇਹ ਸ਼ੌਂਕ ਪਿਆ ਤੁਹਾਨੂੰ? ਕੀ ਬਚਪਨ ਤੋਂ ਹੀ ਸ਼ੌਕ ਹੈਗਾ? ਜਦੋਂ ਬੱਚੇ ਹੋਣਗੇ ਤੁਸੀਂ ਕਿਹਾ ਕਿ ਤੁਸੀਂ ਆਪਣੇ ਗ੍ਰੈਂਡਫਾਦਰ ਦੇ ਨਾਲ ਜਾਂ ਹੋਰ ਵੀ ਰਿਸ਼ਤੇਦਾਰ ਨਾਲ ਬਹਿੰਦੇ ਸੀਗੇ, ਤਾਂ ਉਦੋਂ ਸ਼ੌਂਕ ਪਿਆ? ਸਭ ਤੋਂ ਪਹਿਲਾਂ ਸ਼ੁਰੂਆਤ ਕਿੱਥੋਂ ਹੋਈ ਇਹ ਸਾਰੀ ਚੀਜ਼ ਦੀ? ਸ਼ੁਰੂਆਤ ਤਾਂ ਉਹੀ ਹੁੰਦਾ ਨਾ ਜੀ, ਬਚਪਨ 'ਚ ਜੇ ਪਿੰਡ ਜਾਂਦੇ ਸੀ ਤਾਂ ਉੱਥੋਂ ਦਾ ਵਾਤਾਵਰਨ ਬੜਾ ਅੱਛਾ ਲੱਗਦਾ। ਜਿਵੇਂ ਫਾਦਰ ਖੇਤ ਵੀ ਲੈ ਜਾਂਦੇ, ਮਾਲਟਿਆਂ ਦੇ ਹੈ ਨਾ ਬਾਗ ਹੁੰਦੇ, ਸੂਆ ਦਿਖਾਉਂਦੇ, ਆ ਦੇਖੋ ਗੰਨੇ ਹੈ ਨਾ, ਸੋ ਉਹ ਚੀਜ਼ਾਂ ਨੈਚੁਰਲ ਮੈਨੂੰ ਬੜਾ ਚੰਗਾ ਲੱਗਦਾ। ਤੇ ਸੈਕੰਡਲੀ ਜਦ ਛੁੱਟੀਆਂ 'ਚ ਨਾਨਕੇ ਜਾਂਦੇ ਸੀ, ਉੱਥੇ ਬਹੁਤ ਵਿਰਸਾ ਦੇਖਣ ਨੂੰ ਮਿਲਿਆ। ਸੋ ਆਈ ਥਿੰਕ ਜੇ ਤੁਹਾਡੇ ਅੱਗੇ ਸਾਰਾ ਕੁਝ ਹੈ, ਪਿਆ ਹੈ ਜਸਟ, ਤਾਂ ਨੈਚੁਰਲੀ ਉਹ ਚੀਜ਼ ਬੱਚੇ 'ਤੇ ਅਸਰ ਕਰੂਗਾ। ਤੇ ਜੇ ਮੈਨੂੰ ਇਹ ਚੀਜ਼ਾਂ ਬਹੁਤ ਹੀ ਇਹ ਤੋਂ ਵਾਂਝਾ ਰੱਖਿਆ ਗਿਆ ਹੁੰਦਾ ਤਾਂ ਮੈਨੂੰ ਸ਼ਾਇਦ ਸ਼ੌਕ ਨਾ ਹੁੰਦਾ। ਜਦੋਂ ਮੈਂ ਦੇਖਿਆ, ਮੈਂ ਹੁਣ ਕਿਵੇਂ ਭੁਲਾ ਦਾਂ। ਤੇ ਸ਼ੁਰੂਆਤ ਇੱਥੋਂ ਕਰ ਲੈਂਦੇ ਆ। ਇਸ ਨੂੰ ਕਿੰਨੇ ਸਾਲਾਂ ਤੋਂ ਸਾਂਭਿਆ ਹੋਇਆ ਤੁਸੀਂ? ਕਿੱਥੋਂ ਇਹ ਲੈ ਕੇ ਆਏ ਸੀਗੇ? ਇਹ ਪੁਰਾਣਾ ਹੀ ਪਿਆ ਸੀਗਾ ਜੀ, ਗ੍ਰਾਮੋਫੋਨ ਸਾਡੇ ਕੋਲੇ ਸੀਗਾ। ਤੇ ਆਹ ਜਿਹੜੇ ਹੈਗੇ ਆ ਆਪਣੇ ਕਹਿੰਦੇ ਆ ਜਿਹਨੂੰ ਤਵਾ ਕਹਿੰਦੇ ਆ ਪੰਜਾਬੀ 'ਚ, ਜਾਂ ਆਪਣੇ ਕੀ ਕਹਿੰਦੇ ਆ ਦਿਸ ਥਿੰਗ ਰਿਕਾਰਡ, ਇਹ ਮੇਰੇ ਨਾਨਾ ਜੀ ਦੇ ਹੈ। ਜਿਵੇਂ ਬਾਬਲ ਪਿਕਚਰ ਹੈ ਨਾ ਸੀਗੀ ਉਦੋਂ, ਬਾਬਲ ਉਹਦੇ ਹੈ, ਤੇ ਹੈ ਵੀ ਸਾਰੇ ਨਾ ਹਿਜ਼ ਮਾਸਟਰ ਵੌਇਸ ਦੇ। ਜਿਵੇਂ ਆਹ ਵਾਲਾ ਹੈਗਾ ਹਿਜ਼ ਮਾਸਟਰ ਵੌਇਸ ਦਾ, ਤੇ ਡੱਬਾ ਵੀ ਐਜ਼ ਇਟ ਇਜ਼ ਹੀ ਹੈ ਜਿਵੇਂ ਨਾਨਾ ਜੀ ਦਾ ਸੀਗਾ। ਇਹ ਕਿੰਨੇ ਸਾਲ ਪੁਰਾਣਾ ਹੋਣਾ ਨਾਲ? ਇਹ ਹੋਣਾ ਜੀ ਹੁਣ ਤਾਂ 100 ਸਾਲ ਦਾ ਹੋ ਗਿਆ ਹਨੇ। 100 ਸਾਲ ਪੁਰਾਣੀ ਚੀਜ਼ ਤੁਸੀਂ ਸਾਂਭੀ ਹੋਈ ਹੈ, 200 ਸਾਲ ਪੁਰਾਣੀ ਵੀ ਸਾਂਭੀ ਹੋਈ ਹੈ। ਤਾਂ ਤੁਸੀਂ ਦੱਸਿਆ ਕਿ ਬਚਪਨ ਤੋਂ ਤੁਹਾਨੂੰ ਸ਼ੌਂਕ ਸੀਗਾ, ਪਰ ਵਿਆਹ ਕਰਨ ਤੋਂ ਬਾਅਦ ਕਈ ਸ਼ੌਂਕ ਜਿਹੜੇ ਨੇ, ਜਾਂ ਫਿਰ ਸਪੈਸ਼ਲੀ ਲੇਡੀਜ਼ ਦੀ ਗੱਲਬਾਤ ਕਰ ਲਈਏ, ਕੁੜੀਆਂ ਦੀ ਗੱਲਬਾਤ ਕਰ ਲਈਏ, ਤਾਂ ਵਿਆਹ ਤੋਂ ਬਾਅਦ ਕਈ ਚੀਜ਼ਾਂ ਬਦਲ ਵੀ ਜਾਂਦੀਆਂ ਨੇ। ਵਿਆਹ ਕਿੱਥੇ ਹੋਇਆ, ਕਿੰਨੇ ਟਾਈਮ ਪਹਿਲਾਂ ਹੋਇਆ ਸੀਗਾ? ਉਸ ਤੋਂ ਬਾਅਦ ਤੁਸੀਂ ਦੱਸਿਆ ਵੀ ਹੋਣਾ ਕਿ ਮੈਨੂੰ ਇਹ ਸ਼ੌਂਕ ਹੈਗੇ ਆ, ਤਾਂ ਉਸ ਟਾਈਮ ਕਿਸ ਤਰ੍ਹਾਂ ਦਾ ਰਿਐਕਸ਼ਨ ਸੀਗਾ ਤੁਹਾਡੀ ਫੈਮਿਲੀ ਦਾ? ਵਿਆਹ ਮੇਰਾ 87 ਵਿੱਚ ਹੋਇਆ ਸੀਗਾ, ਤੇ ਮੇਰੇ ਅੰਦਰ ਇਹ ਪਹਿਲਾਂ ਹੀ ਇਹ ਚੀਜ਼ਾਂ ਸੀਗੀਆਂ। ਜਦੋਂ ਮੈਂ ਲਹਿੰਗਾ ਵੀ ਖੈਰ ਆਪਣਾ ਪਟਿਆਲੇ ਆ ਕੇ ਬਣਵਾਇਆ, ਤੇ ਮੈਂ ਜੋ ਮੈਂ ਚਾਹੁੰਦੀ ਸੀ ਉਹੀ, ਮਤਲਬ ਵੀ ਮੈਂ ਸ਼ਾਹੀ ਸ਼ਹਿਰ 'ਚ ਵਿਆਹੀ ਗਈ, ਤੇ ਨੈਚੁਰਲੀ ਮੈਨੂੰ ਉੱਥੇ ਉਹ ਚੀਜ਼ਾਂ ਮਿਲੀਆਂ ਜਿਹਦਾ ਮੈਨੂੰ ਸ਼ੌਕ ਸੀ, ਪਲੱਸ ਐਕਸਟਰਾ ਦੇਖਣ ਨੂੰ ਮਿਲੀਆਂ, ਜਾਣਨ ਨੂੰ ਮਿਲੀਆਂ। ਐਂਡ ਮੇਰੀ ਜਿਹੜੀ ਪਰਿਵਾਰ ਹੈਗਾ ਇਨ-ਲॉज ਦਾ, ਦੇ ਆਰ ਸਿੰਸ 9 ਜਨਰੇਸ਼ਨਸ। ਉਹਨਾਂ ਨੂੰ ਕਿਲੇਦਾਰੀ ਮਿਲੀ ਹੋਈ ਹੈ ਵਿਦ ਰਾਇਲ ਹਾਊਸ ਆਫ ਪਟਿਆਲਾ। 9 ਜਨਰੇਸ਼ਨ ਤੋਂ ਉਹਨਾਂ ਨੂੰ ਕਿਲੇਦਾਰੀ ਮਿਲੀ ਹੈ। ਕੁਰਸੀ ਉਹਨਾਂ ਦੀ ਲੱਗਦੀ ਸੀ। ਦੇ ਵਰ ਇੰਚਾਰਜ ਆਫ ਜੁਐਲਰੀ ਆਫ ਮਹਾਰਾਜਾ ਐਂਡ ਮਹਾਰਾਣੀ। ਸੋ ਉਹਨਾਂ ਦੀ ਦੇਖ ਰੇਖ ਵਿੱਚ ਜੁਐਲਰੀ ਸਵੇਰੇ ਕੱਢੀ ਜਾਂਦੀ ਸੀ, ਰੱਖੀ ਜਾਂਦੀ ਸੀ। ਸੋ ਉਹ ਸਾਡੇ ਪਰਿਵਾਰ 'ਚ ਹੀ 9 ਜਨਰੇਸ਼ਨ ਤੋਂ ਸਾਨੂੰ ਹੀ ਮਿਲਿਆ, ਅਪ ਟਿਲ ਮਹਾਰਾਜਾ ਯਾਦਵਿੰਦਰ ਸਿੰਘ। ਤੇ ਇਹ ਚੀਜ਼ਾਂ ਤੁਸੀਂ ਸਾਂਭ ਕੇ ਰੱਖੀਆਂ ਹੋਈਆਂ, ਇਹ ਚੀਜ਼ ਹੈਗੀ ਹੈ। ਇਹ ਸਾਰੀਆਂ ਚੀਜ਼ਾਂ ਦਾ ਦੱਸ ਦਿਓ ਥੋੜਾ ਕਿ ਇਹ ਕਿੱਥੋਂ ਹੈਗੀਆਂ ਜੀ, ਕਿੱਥੋਂ ਲੈ ਕੇ ਆਏ ਹੋ? ਇਹ ਕੈਟਲ ਹੈਗੀ ਹੈ ਜੀ, ਮੇਡ ਇਨ ਇੰਗਲੈਂਡ 1954 ਦੀ। ਇਹਦਾ ਰੇਟ ਵੀ ਇੱਥੇ ਲਿਖਿਆ ਹੋਇਆ, ਆਈ ਥਿੰਕ 67 ਰੁਪੀਜ਼। ਤੇ ਇਹ ਇੱਕ ਮੇਰੇ ਮੈਮ ਹੀ ਸੀਗੇ ਪੰਜਾਬ ਯੂਨੀਵਰਸਿਟੀ, ਤੇ ਉਹਨਾਂ ਨੇ ਮੈਨੂੰ ਗਿਫਟ ਕੀਤੀ। ਸ਼ੀ ਇਜ਼ ਨੋ ਮੋਰ। ਤੇ ਆਹ ਜਿਹੜਾ ਫੈਨ ਹੈ, ਟੇਬਲ ਫੈਨ, ਇਹ ਵੀ ਮੇਰੀ ਇੱਕ ਫਰੈਂਡ ਹੈਗੀ ਹੈ, ਉਹਦੇ ਮਦਰ ਨੇ ਦਿੱਤਾ। ਤੇ ਇਹ ਕਿੰਨੇ ਸਾਲ ਪੁਰਾਣਾ ਹੋਣਾ? ਇਹ 50s ਦਾ 50s ਦਾ ਹੈਗਾ। ਹਾਂਜੀ 55 ਹੈ ਨਾ। ਤੇ ਅੱਜ ਕੱਲ ਦੇਖਿਆ ਜਾਵੇ ਤਾਂ ਹਰ ਇੱਕ ਚੀਜ਼, ਕੋਈ ਚੀਜ਼ ਖਰਾਬ ਹੋ ਜਾਂਦੀ ਹੈ, ਮਾੜੀ ਮੋਟੀ ਖਰਾਬ ਹੋ ਜਾਂਦੀ ਹੈ, ਬੰਦਾ ਕਹਿੰਦਾ ਨਹੀਂ ਲੈ ਕੇ ਆਣੀ ਹੈ। ਤਾਂ ਇਹ ਚੀਜ਼ਾਂ ਸਾਂਭਣਾ ਕਦੇ ਲੱਗਦਾ ਨਹੀਂ ਕਿ ਥੋੜਾ ਔਖਾ ਹੈਗਾ? ਕਿਉਂਕਿ ਪੁਰਾਣੀ ਚੀਜ਼ਾਂ ਨੂੰ ਮੇਨਟੇਨ ਕਰਨਾ ਜਾਂ ਫਿਰ ਸਾਫ਼ ਸਫਾਈ ਕਰਨਾ ਕਾਫੀ ਮੁਸ਼ਕਿਲ ਹੋ ਜਾਂਦਾ ਹੈ, ਕਿਉਂਕਿ ਅੱਜ ਕੱਲ ਲਾਈਫ ਬੜੀ ਬਿਜ਼ੀ ਹੋ ਚੁੱਕੀ ਹੈ। ਸਾਨੂੰ ਤਾਂ ਆਦਤ ਹੀ ਪਈ ਹੋਈ ਹੈ, ਸਾਨੂੰ ਕੋਈ ਚੀਜ਼ ਨਾ ਬੋਝ ਲੱਗਦਾ। ਈਵਨ ਜਿਹੜੇ ਸਾਡੇ ਮੇਰੇ ਜੋ ਵੀ ਹੈਲਪ ਹੈ, ਸਰਵੈਂਟ, ਸਾਰਿਆਂ ਨੂੰ ਪਤਾ ਹੈ
ਇਹ ਸਾਰੇ ਉਵੇਂ ਯੂਜ਼ ਟੂ ਹੋਏ ਹੋਏ ਆ। ਜੇ ਬਰਤਨ ਹੈ ਤਾਂ ਉਹ ਵੀ ਇਹਨਾਂ ਨੇ ਚਮਕਾਉਣੇ ਆਫਟਰ ਫਿਊ ਡੇਜ਼। ਬਾਕੀ ਚੀਜ਼ਾਂ ਮੈਂ ਬਹੁਤ ਚੰਗੀ ਤਰ੍ਹਾਂ ਸੰਭਾਲ ਕੇ ਮਲਮਲ ਦੇ ਕੱਪੜੇ 'ਚ ਜਿਹੜਾ ਤੁਸੀਂ ਦੇਖ ਰਹੇ ਹੋ ਸੰਭਾਲਿਆ ਹੁੰਦਾ। ਸਾਡੇ ਹਰ ਇੱਕ ਜਗ੍ਹਾ ਲਈ ਪ੍ਰੋਪਰ ਜਗ੍ਹਾ ਬਣੀ ਹੋਈ ਹੈ, ਉੱਥੇ ਰੱਖਿਆ। ਸੋ ਸਾਨੂੰ ਕੁਝ ਔਖਾ ਨਹੀਂ ਲੱਗਦਾ। ਜੇ ਤੁਸੀਂ ਕਹੋਗੇ ਇੰਟਰਵਿਊ ਸਾਨੂੰ ਸ਼ਾਰਟ ਟਾਈਮ 'ਚ ਵੀ, ਤੇ ਅਸੀਂ ਕੁਝ ਘੰਟਿਆਂ ਦੇ ਵਿੱਚ ਸਾਰਾ ਡਿਸਪਲੇ ਵੀ ਕਰ ਦਿੰਦੇ ਸੀ। ਇਹ ਕਿਆ ਚੀਜ਼ਾਂ ਹੈਗੀਆਂ ਕਿ ਪਰਾਂਦੀਆਂ ਹੈਗੀਆਂ, ਕੀ ਚੀਜ਼ ਹੈਗੀ? ਆ ਤਾਂ ਹੈਗੇ ਜੀ ਨਾਲੇ। ਹਾਂਜੀ। ਆ ਹੈਗੇ ਜਿਹੜੇ ਵੈਰੀ ਐਕਸਕਲੂਸਿਵ ਹੈਗੇ ਆ, ਜਿਹਦੇ ਤੇ ਆਹ ਕੰਮ ਕੀਤਾ ਹੋਇਆ ਹੱਥ ਦਾ, ਸਤਾਰੇ ਸਤੂਰੇ ਲੱਗੇ ਹੋਏ ਆ। ਦੇ ਆਰ ਵੈਰੀ ਐਕਸਕਲੂਸਿਵ। ਤੇ ਆ ਦੇਖੋ ਨਾ ਦੇ ਆ ਚਮਕਦੇ ਆ। ਨਹੀਂ ਕਿੱਥੇ ਅੱਜ ਕੱਲ੍ਹ ਇਹੋ ਜਿਹਾ ਕੁਝ ਹੁੰਦਾ, ਨਹੀਂ ਤਾਂ ਅੱਜ ਕੱਲ੍ਹ ਇਹੋ ਜਿਹੇ ਹੀ ਮਿਲਦੇ ਆ ਵੀ, ਹਨਾ, ਜਿਵੇਂ ਤੁਹਾਡੇ ਅੱਗੇ ਹੀ ਹੈ ਥੋੜਾ ਚਾਲੂ ਟਾਈਪ। ਕਿੰਨੇ ਪੁਰਾਣੇ ਹੈਗੇ ਆ, ਕਿੱਥੋਂ ਬਣਵਾਏ ਸੀਗੇ ਇਹ 1960 ਦੇ ਜੀ, ਮੇਰੇ ਮਦਰ ਦੇ ਵਿਆਹ ਦੇ ਆ। ਅੱਛਾ, ਮਦਰ ਦੇ ਵਿਆਹ ਦੇ ਹੈਗੇ? ਹਾਂਜੀ। ਸੋ ਸ਼ੀ ਗੇਵ ਮੀ, ਤੇ ਮੈਂ ਹੁਣ ਤੁਹਾਡੇ ਅੱਗੇ ਹੀ ਸੰਭਾਲ ਕੇ ਰੱਖਿਆ। ਤੇ ਆ ਹੈਗੇ ਆ ਪਰਾਂਦੀਆਂ ਜੀ, ਇਹ ਮੇਰੀਆਂ ਆਪਣੀਆਂ ਵਿਆਹ ਵੇਲੇ ਦੀਆਂ, ਜਿਹੜੀਆਂ ਮੈਂ ਕਾਫੀ ਦੇਰ ਪਾਉਂਦੀ ਰਹੀ ਹਾਂ। ਤੇ ਆ ਮੈਚਿੰਗ ਹੁੰਦਾ ਹੈ ਨਾ, ਆ ਥੱਲੇ ਲਾ ਦੋ ਫੁੰਦਾ ਜਾਂ ਤੇ। ਇਹ ਪਰਾਂਦੀਆਂ ਵੀ ਕਹਿ ਸਕਦੇ ਹਾਂ ਤੁਹਾਡੇ ਵਿਆਹ ਨੂੰ ਕਿੰਨੇ 35 ਇਅਰਸ ਪੁਰਾਣੀਆਂ ਪਰਾਂਦੀਆਂ ਨੇ। ਹਾਂਜੀ। ਤਾਂ ਇਹਨੂੰ ਕੀ ਕਹਿੰਦੇ ਆ? ਕਲੀਰੇ ਹੈਗੇ ਉਹ ਜਿਵੇਂ ਵਿਆਹ ਵਾਲੀ ਕੁੜੀ ਦੇ। ਹਾਂਜੀ ਹਾਂਜੀ। ਉਹ ਹੈ। ਤੇ ਤੁਹਾਡੇ ਵਿਆਹ ਦੇ ਹੈਗੇ ਆ ਜਾਂ ਫਿਰ? ਨਹੀਂ, ਆਪਣੇ ਮੇਰੀ ਕਲੈਕਸ਼ਨ 'ਚ ਹੀ ਹੈਗੇ ਆ। ਹਾਂਜੀ ਬਿਲਕੁਲ। ਤੇ ਹੋਰ ਵੀ ਚੀਜ਼ਾਂ ਹੈਗੀਆਂ ਇਹਨਾਂ ਦੇ ਅੰਦਰ? ਕੀ ਚੀਜ਼ ਹੈਗੀ ਹੈ ਇਹ? ਨਾ ਜੀ ਮੇਰੇ ਮਦਰ ਦੇ ਵਿਆਹ ਦੀ ਉਹ ਹੈਗੀ ਹੈ ਕਟਲਰੀ ਹੈ, ਵਿੱਚੋਂ ਮੈਂ ਕੁਝ ਚੀਜ਼ਾਂ ਐਜ਼ ਏ ਸੈਂਪਲ ਵਾਂਗੂ ਰੱਖੀਆਂ ਹੋਈਆਂ ਹਨਾ। ਬਾਕੀ ਤਾਂ ਅੰਦਰ ਪਿਆ ਸਾਰਾ ਸਮਾਨ। ਜਿਵੇਂ ਗਲਾਸ ਵੀ ਹੈਗੇ ਉਹ ਮੈਂ 2 ਕੇ ਰੱਖੇ ਜਸਟ ਟੂ ਡਿਸਪਲੇ। ਆ ਕੌਲੀਆਂ, ਤੇ ਆ ਵੀ ਮਦਰ ਇਨ ਲਾਅ ਨੇ ਦਿੱਤੀ ਸੀ ਕੜਛੀ, ਬੜੀ ਪੁਰਾਣੀ ਹੈ। ਤੇ ਬਾਕੀ ਦਾ ਅੰਦਰ ਸਮਾਨ ਤੁਹਾਨੂੰ ਦਿਖਾਉਂਗੀ। ਤੇ ਆ ਜਿਹੜੇ ਹੈਗੇ ਆ ਮੇਰੇ ਦਾਦੀ ਜੀ ਦੀ, ਮੇਰੇ ਕੋਲ ਇੱਕੋ ਹੀ ਨਿਸ਼ਾਨੀ ਹੈ। ਇਹ ਚਾਂਦੀ ਦਾ ਸੁਰਮਚੂ ਹੈ, ਕਾਫੀ ਹੈਵੀ ਹੈ। ਇਹ ਦਾਦੀ ਜੀ ਨੇ ਦਿੱਤਾ ਸੀ ਮੇਰੇ ਬਰਥ ਵੇਲੇ ਸੁਰਮਾ ਪਾਉਣ ਨੂੰ। ਤੇ ਆ ਚਾਂਦੀ ਦੀ ਹੈਗੀ ਆਪਣੀ ਸੁਰਮੇ ਦਾ ਨਹੀਂ। ਬਾਕੀ ਆਹ ਬੱਚੇ ਹਨਾ, ਜਿਵੇਂ ਮੇਰੇ ਬੱਚੇ ਹੋਏ ਸੀ ਉਦੋਂ ਮਦਰ ਇਨ ਲਾਅ ਨੇ ਆ ਗਲਾਸੀ, ਕੌਲੀ, ਇਹ ਚੀਜ਼ਾਂ ਦਿੱਤੀਆਂ। ਆ ਮੇਰੇ ਵਿਆਹ ਵੇਲੇ ਸੰਧੂਰ ਵਾਲੀ ਡੱਬੀ ਹੈ, ਜਿਹੜੀ ਸੁਹਾਗ ਪਟਾਰੀ ਦੇ ਵਿੱਚ ਸੀਗੀ। ਤੇ ਇਹ ਚੀਜ਼ ਜਦੋਂ ਤੁਹਾਡਾ ਜਨਮ ਹੋਇਆ ਕਿੰਨਾ ਸਮਾਂ ਹੋ ਗਿਆ? ਕਿੰਨੇ ਸਾਲ ਪੁਰਾਣੀ ਹੈ ਇਹ ਚੀਜ਼? ਇਹ ਹੈਗੀ ਹੈ ਲਾਈਕ 61 ਇਅਰਸ। 61 ਇਅਰਸ। ਉਸ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਦੇਖ ਕੇ ਕਦੇ ਇਹ ਨਹੀਂ ਕਿਸੇ ਨੇ ਕਿਹਾ ਕਿ ਇਹ ਪੁਰਾਣੀਆਂ ਚੀਜ਼ਾਂ ਇੰਨੀਆਂ ਪੁਰਾਣੀਆਂ ਹੋ ਚੁੱਕੀਆਂ ਨੇ, ਸਾਂਭਣਾ ਵੀ ਬੜਾ ਔਖਾ ਹੈਗਾ? ਜਾਂ ਫਿਰ ਅੱਜ ਕੱਲ੍ਹ ਲੋਕੀ ਵਹਿਮ ਵੀ ਕਰਦੇ ਆ ਕਿ ਪੁਰਾਣੀਆਂ ਚੀਜ਼ਾਂ ਰੱਖੀਆਂ ਹੋਈਆਂ, ਉਹ ਜਿਨ੍ਹਾਂ ਦੀ ਚੀਜ਼ਾਂ ਸੀਗੀਆਂ ਉਹ ਤਾਂ ਨਹੀਂ ਰਹੇ, ਪਰ ਤੁਸੀਂ ਹੁਣ ਵੀ ਸਾਂਭੀਆਂ ਹੋਈਆਂ ਨੇ? ਇਹ ਤਾਂ ਮੈਨੂੰ ਮਦਰ ਇਨ ਲਾਅ ਨੇ ਮੇਰਾ ਸ਼ੌਕ ਦੇਖਦੇ ਹੋਏ, ਇਹ ਘੱਗਰੇ ਜਿਹੜੇ ਪੈਂਟ ਕਲੀਆਂ ਵਾਲੇ ਆ 2 ਮਜੈਂਟਾ, ਇਹ ਮਦਰ ਇਨ ਲਾਅ ਨੇ ਦਿੱਤੇ ਆ। ਇਹ ਜਿਹੜੇ ਨਾਲੇ ਆ ਇਹ ਵੀ ਬੜੇ ਪੁਰਾਣੇ ਆ ਹਨਾ, ਮੇਰੀ ਜਠਾਣੀ ਨੇ ਰੀਸੈਂਟਲੀ ਮੈਨੂੰ ਦਿੱਤਾ ਹੈ। ਆ ਜਿਹੜਾ ਹੈਗਾ ਘੱਗਰਾ ਸੂਫ ਦਾ, ਮੈਂ ਸੁਣਿਆ ਹੀ ਸੀ, ਕਦੇ ਮੈਨੂੰ ਪਤਾ ਨਹੀਂ ਸੀ ਕਿ ਬਲੈਕ ਨੂੰ ਐ ਸੂਫ ਦਾ ਕਹਿੰਦੇ ਆ। ਇਹ ਵੀ ਮੇਰੀ ਫਰੈਂਡ ਰੇਨੂ ਉਹਦੇ ਮਦਰ ਨੇ ਮੈਨੂੰ ਦਿੱਤਾ ਬੜੇ ਪਿਆਰ ਨਾਲ। ਨਹੀਂ ਲੇਡੀਜ਼ ਤਾਂ ਦਿਖਾਉਂਦੀਆਂ ਵੀ ਨਹੀਂ, ਐਂਡ ਸ਼ੀ ਗਿਫਟਡ ਮੀ ਆਂਟੀ। ਆ ਜਿਹੜਾ ਹੈਗਾ ਸੈਟਨ ਦਾ, ਇਹ ਮੇਰੇ ਨਾਨੀ ਜੀ ਦਾ। ਆ ਸੁੱਚਾ ਲੱਗਿਆ ਹੋਇਆ ਇੱਥੇ ਦਿਸ ਗੋਟਾ। ਤੇ ਜਿਹੜੀ ਤੁਸੀਂ ਗੱਲ ਕਹੀ ਸੀ, ਜ਼ਿਆਦਾ ਤਾਂ ਮੇਰੇ ਸਭ ਨੇ ਐਪਰੀਸ਼ੀਏਟ ਕੀਤਾ, ਕਿਉਂਕਿ ਮੈਂ ਵੀ ਦੇਖਦੀ ਹਾਂ ਵੀ ਸਾਡੇ ਏਜ ਵਾਲੀਆਂ ਦੇ ਡੋਂਟ ਕੇਅਰ ਅਬਾਊਟ ਇਹੋ ਜਿਹੀਆਂ ਚੀਜ਼ਾਂ ਹਨਾ। ਉਹਨਾਂ ਤਾਂ ਮਾਡਰਨ ਤੁਸੀਂ ਦੇਖਿਆ ਹੀ ਅੱਜ ਕੱਲ੍ਹ ਹਨਾ। ਬਟ ਮੈਂ ਇਹਨਾਂ ਚੀਜ਼ਾਂ ਨੂੰ ਲਾਈਕ ਕਰਦੀ ਹਾਂ ਇੰਸਟੈਡ ਆਫ ਮਾਡਰਨ। ਹਾਂ, ਇੱਕ ਸੀਗੇ ਆਈ ਡੋਂਟ ਵਾਂਟ ਟੂ ਨੇਮ, ਜਿਹਨੇ ਕਿਹਾ ਸੀਗਾ ਕੀ ਮਰੇ ਖਪੇ ਨੇ ਚੀਜ਼ਾਂ ਰੱਖੀਆਂ, ਮਤਲਬ ਸੋ ਸੈਡ। ਕੱਲ੍ਹ ਨੂੰ ਆਪਾਂ ਵੀ ਇਸ ਰਸਤੇ ਪੈਣਾ ਹੈ, ਤੇ ਕੱਲ੍ਹ ਨੂੰ ਫਿਰ ਆਪਣਾ ਦਾ ਵੀ ਐਂ ਜਾਊ ਸਮਾਨ। ਅੱਜ ਕੱਲ੍ਹ ਉੱਦਾਂ ਗੱਲ ਕਰਨੀ ਨਹੀਂ ਚਾਹੀਦੀ, ਪਰ ਅੱਜ ਕੱਲ੍ਹ ਕਹਿੰਦੇ ਕਿ ਕੋਈ ਬਿਮਾਰ ਹੋ ਜਾਂਦਾ ਤਾਂ ਕਹਿੰਦੇ ਕਿ ਕੋਈ ਵੀ ਰਿਸ਼ਤੇਦਾਰ ਹੈ, ਭਰਾ ਹੈ, ਫਾਦਰ ਹੈ, ਮਦਰ ਹੈ। ਅਸੀਂ ਉੱਦਾਂ ਕਹਿਣਾ ਨਹੀਂ ਚਾਹੀਦਾ, ਕਿਉਂਕਿ ਬੜੀ ਮੰਦਭਾਗੀ ਗੱਲ ਹੁੰਦੀ ਹੈ ਕਿਸੇ ਪਰਿਵਾਰ ਦਾ ਜੀਅ ਜਦੋਂ ਚਲਾ ਜਾਂਦਾ। ਪਰ ਕਹਿੰਦੇ ਕਿ ਜਦੋਂ ਸਾਹ ਹੁੰਦੇ ਆ ਤਾਂ ਜਦੋਂ ਤੱਕ ਰਿਸ਼ਤੇਦਾਰੀ ਹੁੰਦੀ ਹੈ, ਸਾਹ ਜਦੋਂ ਨਿਕਲ ਜਾਂਦੇ ਨਾਲ ਹੀ, ਚਾਹੇ 2 ਮਿੰਟ ਹੋਣ 5 ਮਿੰਟ, ਉਹਨੂੰ ਕਹਿੰਦੇ ਡੈਡ ਬੋਡੀ ਲੈ ਆਓ ਬਾਹਰ ਅਤੇ ਡੈਡ ਬੋਡੀ ਦਾ ਸੰਸਕਾਰ ਕਰ ਦਿਓ। ਅਤੇ ਤੁਸੀਂ ਇੰਨੇ ਸਾਲ ਹੋ ਚੁੱਕੇ ਆ, ਸਾਰੀਆਂ ਚੀਜ਼ਾਂ ਸਾਂਭੀਆਂ ਹੋਈਆਂ ਨੇ, ਤਾਂ ਇਹ ਸਾਹਮਣੇ ਕਿਹੜੀਆਂ ਚੀਜ਼ਾਂ ਨੇ? ਇਹ ਪਰਫਿਊਮਸ ਵੀ ਹੈਗੇ ਉੱਤੇ ਫੋਟੋ ਵੀ ਹੈਗੀ। ਸਭ ਤੋਂ ਪਹਿਲਾਂ ਫੋਟੋ ਕਿਹਦੀ ਹੈਗੀ ਹੈ? ਤੇ
ਫੋਟੋ ਨਾਲ ਕੱਪੜੇ ਵੀ ਪਏ ਹੋਏ, ਇਹ ਫੋਟੋ ਕਿਹਨਾਂ ਦੀ ਹੈਗੀ ਹੈ? ਇਹ ਮੇਰੇ ਗ੍ਰੈਂਡਫਾਦਰ ਹੈ, ਹੀ ਐਕਸਪਾਇਰਡ ਇਨ 1996 ਤੇ ਉਹਨਾਂ ਦਾ ਮੇਰੇ ਕੋਲ ਇੱਕ ਸੂਟਕੇਸ ਹੈ, ਉਹਨਾਂ ਦੀ ਪੱਗ ਹੈ, ਢਾਠੀ ਹੈ ਤੇ ਆ ਜੋ ਵੀ ਉਹਨਾਂ ਦੇ ਸੂਟਕੇਸ 'ਚ ਜਿਵੇਂ ਪੈਸੇ ਪਏ ਸੀ ਕਿ ਮੈਂ ਉਵੇਂ ਆਪਣਾ ਸੰਭਾਲ ਲਿਆ ਐਜ਼ ਅ ਰਿਮੈਂਬਰੈਂਸ। ਤੇ ਆ ਮੇਰੇ ਫਾਦਰ ਸਾਹਿਬ ਹੈ, 2000 ਚ ਐਕਸਪਾਇਰ ਕੀਤੇ ਸੀ। ਉਹਨਾਂ ਦੇ ਆ ਮੇਰੇ ਕੋਲੇ ਕੱਪੜੇ ਹੈ ਨਾ, ਬਨੈਨ ਹੈ, ਕੁੜਤਾ ਹੈ, ਪੱਗ ਉਹਨਾਂ ਦੀ ਆਪਣੀ ਪੂਣੀ ਕਰਾਈ ਹੋਈ ਹੈ ਐਜ਼ ਇਟ ਇਜ਼ ਹੈ ਨਾ। ਤੇ ਕਹਿਣ ਮੇਰੇ ਤੋਂ ਤਾਂ ਉੱਪਰ ਮੇਰੇ ਮਾਮਾ ਉਦੋਂ ਵੀ ਇੱਕ ਲੈਵਲ ਅੱਗੇ ਹੈ। ਉਹਨਾਂ ਨੇ ਤਾਂ ਪਾਪਾ ਦੇ ਕਮਰੇ ਨੂੰ ਐਜ਼ ਏ ਮਿਊਜ਼ੀਅਮ ਹੀ ਰੱਖਿਆ ਹੋਇਆ। ਉਹਨਾਂ ਨੇ ਉਵੇਂ ਪੈਂਟਾਂ, ਪੱਗਾਂ, ਸ਼ੂਜ਼, ਟਾਈਆਂ, ਉਹਨਾਂ ਨੇ ਤਾਂ ਉਹਨਾਂ ਦੇ ਕਮਰੇ ਨੂੰ ਐਜ਼ ਏ ਮਿਊਜ਼ੀਅਮ ਹੀ ਬਣਾ ਰੱਖਿਆ। ਈਵਨ ਡਰੈਸਿੰਗ ਟੇਬਲ ਤੇ ਉਹਨਾਂ ਦਾ ਅੱਜ ਕੱਲ ਤਾਂ ਨਾਲ ਦੇ ਨਾਲ ਹੀ ਕੱਪੜੇ ਦੇ ਦਿੰਦੇ ਆ ਜੀ। ਨਹੀਂ ਜੀ, ਆਈ ਸਲੂਟ ਹਰ, ਕਿਉਂਕਿ ਉਹਨਾਂ ਨੇ ਈਵਨ ਉਹਨਾਂ ਦਾ ਕੋਮ, ਦਾੜੀ ਵਾਲਾ ਬ੍ਰਸ਼, ਐਵਰੀਥਿੰਗ ਐਜ਼ ਇਟ ਇਜ਼ ਡਰੈਸਿੰਗ ਟੇਬਲ ਤੇ ਰੱਖਿਆ। ਜੇ ਜਿੱਥੇ ਉਹਨਾਂ ਨੇ ਟੰਗਿਆ ਸੀ ਨਾ ਉਹਨਾਂ ਦਾ ਕੋਟ, ਉਹ ਵੀ ਉਵੇਂ ਹੀ ਹੈ। ਸੋ ਇਹ ਪੇਰੈਂਟਸ ਤੋਂ ਹੀ ਆਉਂਦੀਆਂ ਚੀਜ਼ਾਂ। ਇਹ ਕਿਹਨਾਂ ਦਾ ਹੈਗਾ? ਇਹ ਹੈ ਜੀ ਮੇਰੇ ਨਾਨਕਿਆਂ ਵੱਲੋਂ, ਉਹਨਾਂ ਦੀ ਐਨਸੈਸਟਰਲ ਹੈਗੀ ਹੈ ਅੰਗਰੱਖਾ, ਜਿਹੜੇ ਕਈ ਵਿਆਹ ਵਾਲੇ ਮੁੰਡਿਆਂ ਨੇ ਪਾਇਆ, ਈਵਨ ਮੇਰੇ ਬ੍ਰਦਰ ਨੇ ਵੀ ਪਾਇਆ ਸੀ। ਜੋ ਇਹਦੇ ਨਾਲ ਫੋਟੋਗ੍ਰਾਫਸ ਮੈਂ ਦੇਖੀਆਂ, ਦੇ ਆਰ ਐਕਸੀਲੈਂਟ। ਉਹ ਆ ਰੀਸ ਨਹੀਂ ਕਰਦੀਆਂ ਜਿਹੜੀਆਂ ਆਪਾਂ ਉਂਝ ਅਚਕਨਾ ਪਾਉਂਦੇ ਆ। ਸੋ ਮੈਨੂੰ ਇਹ ਬਹੁਤ ਚੰਗੀ ਲੱਗਦੀ ਹੈ। ਮੇਰਾ ਦੇਖ ਕੇ ਸ਼ੌਕ ਮੇਰੇ ਮਾਮਾ ਜੀ ਨੇ ਮੈਨੂੰ ਦੇਤੀ। ਉਹ ਅਚਕਨ ਹੈ ਜਿਹੜੀ ਮੇਰੇ ਹਸਬੈਂਡ ਨੇ ਆਪਣੇ ਸਾਡੇ ਮਤਲਬ ਵਿਆਹ 'ਚ ਪਾਈ ਸੀ, ਤੇ ਨਾਲ ਕਲਗੀ ਹੈ। ਤੇ ਆ ਮੈਂ ਰੱਖੇ ਹੋਏ ਹੈ ਜੜਵਾ ਕੇ ਸੇਰੇ, ਆਹ ਵਾਲੇ ਸੀ, ਇਹ ਸੇਰੇ ਆ। ਤੇ ਉਹ ਵੀ ਸਾਡੀ ਫੈਮਿਲੀ ਦੀ ਸੁੱਚੀ ਅਚਕਨ ਪੈਰਟ ਗ੍ਰੀਨ ਹੈ ਜਿਹੜੀ। ਇਹ ਤਸਵੀਰ ਕਿਹਦੀ ਹੈਗੀ? ਸਭ ਤੋਂ ਪਹਿਲਾਂ ਕਿਲੇ ਦੀ ਤਸਵੀਰ ਹੈਗੀ। ਕਿਲਾ ਕਿਹੜਾ ਹੈਗਾ? ਇਹ ਸਾਡੇ ਮੇਰੇ ਗ੍ਰੇਟ ਗ੍ਰੈਂਡਫਾਦਰ ਨੇ ਜਿਹੜੀ ਹਵੇਲੀ ਬਣਾਈ ਹੈ। ਇਹ ਸਾਡੇ ਪਿੰਡ ਦਰਵਾਜ਼ਾ ਹੈਗਾ, ਜਿਹਦੇ ਮੈਂ ਕੱਲ ਪਰਸੋਂ ਹੀ ਗਈ ਸੀ ਦੁਬਾਰਾ ਦਰਸ਼ਨ ਕਰਨ, ਸ਼ੂਟ ਕਰਨ ਨਾਟ ਤੇ ਉਹ ਹੈ। ਇਹ ਮੇਰੇ ਇੰਨੇ ਮਤਲਬ ਦਿਲ ਦੇ ਕਰੀਬ ਹੈ ਇਹ ਚੀਜ਼। ਤੇ ਆ ਉੱਤੇ ਬੁਰਜ ਬਣਿਆ ਹੈ, ਕੀ ਕਹਿੰਦੇ, 12ਦਰੀ ਬਣੀ ਹੈ। ਸੋ ਉਹ ਮੈਂ ਫੋਟੋਗ੍ਰਾਫਸ। ਇਹ ਕਿੰਨੇ ਸਾਲ ਪੁਰਾਣਾ ਕਿਲਾ ਕਹਿ ਸਕਦੇ ਕਿ ਕਿੰਨੇ ਘਰ ਇਹ ਹੈਗਾ 152 ਇਅਰਸ 올ਡ। 152 ਇਅਰਸ 올ਡ। ਤੇ ਤੁਸੀਂ ਕੱਲ ਸ਼ੂਟ ਕਰਨ ਗਏ ਸੀਗੇ ਵੀਡੀਓਜ਼, ਜਦੋਂ ਸ਼ੂਟ ਕੀਤੀਆਂ ਵੀਡੀਓਜ਼ ਡਰੋਨਸ ਨਾਲ ਵੀ ਕੀਤੀਆਂ ਹੋਣੀਆਂ, ਕਈ ਚੀਜ਼ਾਂ ਤੁਸੀਂ ਪਹਿਲੀ ਵਾਰ ਵੀ ਦੇਖੀਆਂ ਹੋਣੀਆਂ। ਕਿਹੜੀਆਂ ਕਿਹੜੀਆਂ ਚੀਜ਼ਾਂ ਤੁਹਾਨੂੰ ਸਪੈਸ਼ਲ ਲੱਗੀਆਂ? ਹਾਲਾਂਕਿ ਜਗ੍ਹਾ ਤਾਂ ਸਾਰੀ ਸਪੈਸ਼ਲ ਹੈਗੀ ਆ, ਪਰ ਦੋ ਤਿੰਨ ਚੀਜ਼ਾਂ ਜਿਹੜੀ ਬਹੁਤ ਜ਼ਿਆਦਾ ਅਟਰੈਕਟ ਕਰਦੀਆਂ। ਇੱਕ ਤਾਂ ਉੱਥੇ ਮਿਊਰਲਸ ਹੈ ਦੀਵਾਰ ਤੇ ਬਣੇ, ਉਹ ਮੈਂ ਕਿਤੇ ਹੋਰ ਦੇਖੇ ਨਹੀਂ। ਠੀਕ ਹੈ, ਬਾਹਰ ਸਾਡੇ ਉਧਰ ਬਠਿੰਡੇ ਸਾਈਡ ਤੇ ਤਲਵੰਡੀ ਸਾਬੋ ਕਨੀ ਮਿਊਰਲਸ ਬਾਹਰ ਬਣੇ ਹੁੰਦੇ ਦਰਵਾਜ਼ਿਆਂ ਦੇ ਆਸੇ-ਪਾਸੇ, ਪਰ ਸਾਡੇ ਤਾਂ ਘਰ 'ਚ ਇੱਕ ਦੀਵਾਰ ਹੀ ਸਾਰੀ ਮਿਊਰਲਸ ਦੀ ਹੈ। ਫਿਰ ਮਿਊਰਲਸ ਤਾਂ ਚਲੋ ਗੱਲ ਹਮੇਸ਼ਾ ਹੁੰਦੀ ਸੀ, ਹਮੇਸ਼ਾ ਜਦੋਂ ਪਿੰਡ ਜਾਣਾ ਮੈਂ ਡੈਡ ਨਾਲ ਜਾ ਕੇ ਦੇਖਦੀ। ਬਟ ਐਤਕੀ ਜਦੋਂ ਅਸੀਂ ਫੋਟੋ ਖਿੱਚਣ ਲੱਗੇ ਤਾਂ ਮੈਂ ਆਖਿਆ ਚਲੋ ਇੱਥੋਂ ਹੀ ਸ਼ੁਰੂ ਕਰਦੇ ਹਾਂ। ਬਾਬਾ ਜੀ ਦੀ ਬੈਠਕ ਤੋਂ ਛੱਤ ਬੜੀ ਸੋਹਣੀ ਹੈ ਨਾ, ਉੱਥੇ ਸੰਦੂਕ ਪਿਆ ਸੀ ਮੇਰੇ ਪਾਪਾ ਦੇ ਚਾਚੀ ਦਾ। ਉਹ ਗੱਲਾਂ 'ਚੋਂ ਨਿਕਲਿਆ ਕਿ ਇੱਥੇ ਤਾਂ ਫਾਇਰ ਪਲੇਸ ਸੀਗੀ। ਤੇ ਮੈਂ ਕਿਹਾ ਫੇਰ ਹੁਣ ਕਹਿੰਦੇ ਉਹ ਤਾਂ ਭਰਾ ਤੀ। ਮੈਂ ਕਿਹਾ ਸੋ ਸੈਡ, ਸਾਨੂੰ ਅਸੀਂ ਇੱਥੋਂ ਦੇ ਹੈਗੇ ਆ, ਧੀਆਂ ਹੈ, ਸਾਨੂੰ ਨਹੀਂ ਪਤਾ। ਤੇ ਮਤਲਬ ਸੋ ਸੈਡ। ਪਰ ਉਹ ਸਾਡਾ ਭਤੀਜਾ ਸਿਆਣਾ ਹੈ, ਉਹ ਕਹਿੰਦਾ ਵੀ ਮੈਂ ਤਾਂ ਨਾ ਕੋਈ ਨਹੀਂ ਕਢਾ ਦੂੰਗਾ ਭੂਆ ਜੀ, ਐਜ਼ ਇਟ ਇਜ਼ ਆਪਾਂ ਕਰਾਂਗੇ। ਸੋ ਕਈ ਵਾਰੀ ਨਾ ਤੁਸੀਂ ਗੱਲਾਂ ਕਰਦੇ ਜਾਂ ਡਿਸਕਸ਼ਨ ਕਰਦੇ ਤਾਂ ਉਹ ਬੱਚਿਆਂ ਦੇ ਅੱਗੇ ਅਸਰ ਹੁੰਦਾ, ਉਹ ਦੁਬਾਰਾ ਫੇਰ ਰਿਵਾਈਵ ਕਰਨਾ ਚਾਹੁੰਦੇ ਆ। ਸਗੋਂ ਮੇਰੇ ਇੱਕ ਹੋਰ ਭਤੀਜਾ ਕੋਲੇ ਹੀ ਖੜਾ ਸੀਗਾ, ਉਹ ਵੀ ਕਹਿੰਦਾ ਭੂਆ ਜੀ ਡੋਂਟ ਵਰੀ, ਮੈਂ ਦਰਵਾਜ਼ੇ ਨੂੰ ਦੁਬਾਰਾ ਥੋੜ੍ਹਾ ਜਿਹਾ ਫੇਰ ਮਤਲਬ ਵੀ ਰਿਪੇਅਰ ਵਗੈਰਾ ਕਰਾ ਕੇ, ਮਤਲਬ ਮੈਨੂੰ ਬੜਾ ਖੁਸ਼ੀ ਹੁੰਦੀ ਹੈ ਕਿ ਐਟਲੀਸਟ ਜੇ ਚੱਲ ਇੱਕ ਦੋ ਜਾਣੇ ਮੇਰੇ ਤੋਂ ਇਨਸਪਾਇਰ ਹੁੰਦੇ ਆ ਤਾਂ ਖੁਸ਼ੀ ਦੀ ਗੱਲ ਹੈ, ਤਾਂ ਕਿ ਅੱਗੇ ਸੰਭਾਲ ਲੈਣਗੇ। ਇਹ ਕਿੰਨੇ ਸਾਲ ਪੁਰਾਣੀ ਹੈਗੀ ਹੈ? ਕਿੰਨਾ ਦੀ? ਇਹ ਮੇਰੇ ਛੋਟੇ ਹੁੰਦਿਆਂ ਤੋਂ ਹੀ ਦੇਖਦੀ ਸੀ ਸੂਟਕੇਸ, ਤੇ ਮੈਂ ਚੱਕ ਲਈ, ਕਿਉਂਕਿ ਜਿਹੜੀ ਚੀਜ਼ ਨੂੰ ਆਪਾਂ ਬਚਪਨ ਤੋਂ ਦੇਖਦੇ ਹਾਂ ਉਹ ਚੰਗੀ ਲੱਗਦੀ ਹੈ। ਸੋ ਮੈਂ ਆਪਦੇ ਕੋਲੇ ਰੱਖ ਲਿਆ। ਤੇ ਪਿੱਛੇ ਇੱਟਾਂ ਵੀ ਪਈਆਂ ਨੇ। ਇੱਟਾਂ ਇਹ ਇੱਟ ਜਿਹੜੀ ਪਹਿਲੀ ਵਾਲੀ ਹੈਗੀ ਹੈ, ਅੱਜ ਕੱਲ ਤਾਂ ਇਹ ਇੱਟਾਂ ਜਿਹੜੀਆਂ ਨੇ ਦੇਖਣ ਨੂੰ ਨਹੀਂ ਮਿਲਦੀਆਂ ਨੇ। ਨਾਲ ਵਾਲੀ ਇੱਟਾਂ ਬੇਸ਼ੱਕ ਦੇਖਣ ਨੂੰ ਮਿਲ ਜਾਂਦੀਆਂ ਨੇ, ਪਰ ਪਹਿਲੇ ਵਾਲੀ ਇੱਟ ਕਿੱਥੋਂ ਦੀ ਹੈਗੀ ਹੈ? ਇਹ ਹੈਗੀ ਹੈ ਜੀ ਸਾਡੇ ਬਠਿੰਡੇ ਦਾ ਜਿਹੜਾ ਕਿਲਾ ਹੈ, ਕਿਲਾ ਮੁਬਾਰਕ। ਇਹ ਬਣਿਆ ਹੈ 90 AD to 110 AD ਦਾ। ਇਹ ਉਹਦੀ ਇੱਟ ਹੈਗੀ ਹੈ। ਕਿਦੋਂ ਥੋੜਾ ਬਹੁਤਾ ਕਿਤੋਂ ਨਾ ਕਿਤੋਂ ਹੈ ਨਾ ਮੀਂਹ ਮੂੰਹ 'ਚ ਥੋੜਾ ਜਿਹਾ ਪਾਸਾ ਡਿੱਗ ਪੈਂਦਾ ਹੈ। ਸੋ ਉਦੋਂ ਮੈਂ ਇੱਕ ਇੱਟ ਨੂੰ ਬ੍ਰਿਕ ਨੂੰ ਚੁਕਵਾ ਲਿਆ ਸੀਗਾ ਕਿ ਐਜ਼ ਏ ਰਿਮੈਂਬਰੈਂਸ ਮੇਰੇ ਕੋਲੇ ਰਹੂਗੀ। ਤੇ ਆਹ ਜਿਹੜੀਆਂ ਦੋ ਹੈ ਨਾ, ਇੱਕ ਹੈ
ਇਹ ਮੇਰੇ ਲੈਟ ਮੀ ਸੀ, ਹਾਂ ਇਹ ਮੇਰੇ ਸਕੂਲ ਦੀ ਹੈ ਇਹ ਵਾਲੀ। ਉੱਪਰ ਜਿੰਦਾ ਵੀ ਪਿਆ ਹੋਇਆ। ਜਿੰਦਾ ਵੀ ਪੁਰਾਣਾ, ਮੈਨੂੰ ਸੋਹਣੇ ਲੱਗਦੇ ਆ। ਆ ਮੇਰਾ ਨਾ ਜਿੱਥੇ ਮੇਰੀ ਕਲਾਸ ਸ਼ੁਰੂ ਚ ਨਰਸਰੀ ਵਗੈਰਾ ਚ ਐਡਮਿਟ ਹੋਏ ਸੀ, ਉਹ ਹੀ ਏਰੀਆ ਢਾਹ ਰਹੇ ਸੀਗੇ। ਤੇ ਫਿਰ ਮੈਂ ਗਈ ਤਾਂ ਇਹ ਇੱਟ ਚੱਕ ਲੈਂਦੀ। ਆ ਸਾਡਾ ਪਿੰਡ ਲਹਿਰਾ ਸੌਂਦਾ ਵੀ ਸਾਡੀ ਜ਼ਮੀਨ ਸੀ, ਘਰ ਸੀ। ਮੈਂ ਉੱਥੇ ਆਪਦਾ ਘਰ ਟਰੇਸ ਕੀਤਾ ਕਿ ਜਿਹੜਾ ਹੁਣ ਛੱਡਿਆ ਹੋਇਆ ਹੀ, ਉੱਥੇ ਜਾਂਦੇ ਆਉਂਦੇ ਨਹੀਂ, ਉੱਥੇ ਮੈਂ ਟਰੇਸ ਕਰਕੇ ਆਪਣਾ ਹਾਊਸ ਤੇ ਉੱਥੋਂ ਇੱਟਾਂ ਲਿਆਂਦੀਆਂ। ਆ ਪੁਰਾਣੀ ਤਹਿਸੀਲ ਸੀਗੀ ਪਟਿਆਲੇ, ਢਾਹ ਰਹੇ ਸੀ ਉਹਦੀਆਂ। ਤੇ ਆ ਤੁਸੀਂ ਸ਼ਾਇਦ ਨਹੀਂ ਜਾਣਦੇ ਹੋਗੇ, ਯੂ ਨੋ ਵਾਟ ਇਜ਼ ਦਿਸ, ਆਹ ਵਾਲਾ। ਇਹ ਅੱਜ ਕੱਲ ਤਾਂ ਨਹੀਂ ਕਦੇ ਦੇਖਣ ਨੂੰ ਮਿਲਦੀਆਂ ਨਾ। ਇਹ ਪਸੇਰੀ ਹੈ। ਇਹਨੂੰ ਜਦੋਂ ਸਾਡੇ ਤਾਂ ਉਧਰ ਆਏ ਸੀ ਨਾ, ਜਦੋਂ ਨਰਮਾ ਨੁਰਮਾ ਤੋਲਦੇ ਸੀ ਕੰਡੇ ਤੇ, ਤਾਂ ਇਹ 5 ਕਿਲੋ ਦੀ ਹੈ। 5 ਕਿਲੋ ਨੂੰ ਕਹਿੰਦੇ ਆ ਵੀ ਪਸੇਰੀ। ਤੇ ਬਾਹਰ ਗੱਡੀਆਂ ਵੀ ਖੜੀਆਂ ਨੇ, ਉਹ ਗੱਡੀ ਬਾਰੇ ਵੀ ਤਸਵੀਰਾਂ ਦਿਖਾਵਾਂਗੇ। ਬਾਹਰ ਜਾ ਕੇ ਗੱਲਬਾਤ ਕਰਦੇ ਹਾਂ, ਹੋਰ ਵੀ ਤਸਵੀਰਾਂ ਦਿਖਾਵਾਂਗੇ। ਨਾਲ ਭੁਪਿੰਦਰ ਸੇਖੋ ਜੀ ਸਾਡੇ ਨਾਲ ਨੇ, ਤਾਂ ਬਾਹਰ ਜਾ ਕੇ ਵੀ ਗੱਲ ਕਰਦੇ ਆ। ਪਰ ਉਸ ਤੋਂ ਪਹਿਲਾਂ ਇਹ ਜੁੱਤੀ ਦੇ ਕਾਫੀ ਚਰਚੇ ਸੁਣੇ। ਇਹ ਜੁੱਤੀ ਕਿੰਨੇ ਸਾਲ ਪੁਰਾਣੀ ਹੈਗੀ? ਇਹ 35 ਇਅਰਸ 올ਡ ਹੈ। ਇਹ ਮੇਰੇ ਵਿਆਹ ਵੇਲੇ ਦੀ ਹੈ। ਮੈਂ ਵਿਆਹ ਵੇਲੇ ਇਹੀ ਪਾਈ ਸੀ, ਮੁਕਤਸਰੋਂ ਬਣੀ ਹੈ ਜੀ। ਤੇ ਹੁਣ ਵੀ ਮੈਂ ਪਾਉਣੀ ਹੈ। ਇੱਕ ਸਵੇਰੇ ਵੀ ਇੰਟਰਵਿਊ ਹੋਈ ਸੀ, ਮੈਂ ਇਹੀ ਪਾਈ ਸੀ। ਤੇ ਇੱਕ ਜੁੱਤੀ ਤੁਸੀਂ ਵੀ ਪਾਈ ਹੋਈ ਹੈ, ਇਹ ਕਿੰਨੇ ਸਾਲ? ਇਹ ਉਦੋਂ ਪੁਰਾਣੀ ਹੈ ਜੀ। ਇਹ ਮੈਂ ਜਦੋਂ ਲਾਅ ਕਰਦੀ ਸੀ, ਮੇਰੀ ਲਾਅ 86 ਚ ਹੋ ਗਈ ਸੀ। ਤੇ ਉਦੋਂ ਮੇਰੇ 2 ਸਾਲ ਮੈਂ 85 86 ਜਾਂ 84 ਉਦੋਂ ਮੈਂ ਲਈ ਸੀ, ਪਟਿਆਲੇ ਲਈ ਸੀ। ਇਹ ਤਾਂ ਇਹ ਉਹ ਪਾਈ ਹੈ। ਤੇ ਬਿਲਕੁਲ ਮੈਮ ਇੱਕ ਗੱਡੀ ਵੀ ਦੇਖੀ ਸੀਗੀ ਜਿਹੜੀ ਹੈਗੀ ਇੱਧਰ, ਉਹਦੇ ਬਾਰੇ ਵੀ ਗੱਲ ਕਰਾਂਗੇ। ਕਿੰਨੇ ਕੁ ਸਾਲ ਪੁਰਾਣੀ ਇਹ ਗੱਡੀ ਹੈਗੀ ਹੈ? ਕਿੱਥੋਂ ਇਸ ਗੱਡੀ ਨੂੰ ਜਿਹੜਾ ਹੈ? ਇਹ ਤਾਂ ਜੀ ਬਹੁਤ ਪੁਰਾਣੀ ਹੈਗੀ ਹੈ, ਜੈਸਲਮੇਰ ਦੀ ਬਣੀ ਹੈ। ਜੈਸਲਮੇਰ 'ਚ ਇਹ ਬਣਦੀਆਂ। ਤੇ ਇਹ ਜਿਹੜੇ ਗੱਡੀਆਂ ਲਾਹੌਰ ਹੈ ਨਾ, ਲਾਹੌਰ ਕਹਿੰਦੇ ਆ, ਅੱਛਾ ਜੀ। ਇਹ ਉਹਨਾਂ ਦੀਆਂ, ਉਹ ਯੂਜ਼ ਕਰਦੇ ਸੀ। ਤੇ ਉਹ ਵੀ ਕੋਈ ਬੜਾ ਅੱਛੇ, ਜਿਵੇਂ ਉਹਨਾਂ 'ਚ ਵੀ ਲੈਵਲਸ ਹੁੰਦੇ ਆ ਵੀ ਸਰਦਾਰ ਹੈ ਜੀ, ਉਹ ਉਹਨਾਂ ਦੀ ਹੈ। ਬਿਕੋਜ਼ ਆਲ ਓਵਰ ਇਹਦੇ ਬਰਾਸ ਲੱਗਿਆ ਹੋਇਆ, ਅੰਦਰ ਵੀ ਪਿੱਛੇ ਵੀ ਘੁੰਗਰੂ, ਮਿਰਰ। ਸੋ ਇਹ ਬਹੁਤ ਹੀ ਪਿਆਰੀ ਚੀਜ਼ ਹੈ, ਲਾਈਕ ਕਲੈਕਟਰਸ ਆਈਟਮ। ਤੇ ਇਹ ਮੇਰਾ ਸ਼ੌਕ ਦੇਖਦੇ ਹੋਏ ਮੇਰੇ ਕਜ਼ਨ ਨੇ ਮੈਨੂੰ ਗਿਫਟ ਕੀਤੀ ਹੈ। ਕਦੋਂ ਗਿਫਟ ਕੀਤੀ ਸੀਗੀ? ਕਿੰਨੇ ਸਾਲ ਹੋ ਗਏ? ਬਿਫੋਰ ਕੋਵਿਡ। ਬਿਫੋਰ ਕੋਵਿਡ ਕੀਤੀ ਸੀਗੀ। ਹਾਂਜੀ। ਤਾਂ ਕਿੱਧਰੋਂ, ਜੈਸਲਮੇਰ ਤੋਂ ਆਈ ਸੀਗੀ ਇਹ? ਹਾਂ, ਹੈ ਜੈਸਲਮੇਰ ਦੀ। ਫਿਰ ਮੇਰੇ ਕਜ਼ਨ ਨੇ ਮੁਕਤਸਰ ਸੀ, ਉਹਦੇ ਕੋਲੇ ਖੜੀ ਦੇਖੀ ਮੈਂ। ਇਹਦਾ weight ਵੀ ਕਾਫੀ ਹੈਵੀ ਹੈਗਾ ਤੇ ਇੱਧਰ ਲੈਦਰ ਵੀ ਦੇਖਣ ਨੂੰ ਮਿਲ ਰਿਹਾ। ਇਹਦੀ ਖਾਸੀਅਤ ਕੀ ਹੈਗੀ ਹੈ? ਕੀ ਕੀ ਚੀਜ਼ਾਂ ਸਪੈਸ਼ਲ ਨੇ ਇਹਦੇ ਵਿੱਚ? ਇਹਦੇ ਅੱਗੇ ਦੋ ਤਾਂ ਜਿਵੇਂ ਉਹ ਲੱਗਦੇ ਆ ਬਲਦ, ਹਨਾ, ਫਿਰ ਇਹ ਹਨਾ ਕਰਦੇ ਆ। ਤੇ ਹਨਾ ਉਂਝ ਇਹਨੂੰ ਤੁਸੀਂ ਐ ਨਹੀਂ ਮੂਵ ਕਰ ਸਕਦੇ। ਨਾਲੇ ਵੈਸੇ ਵੀ ਆਪਾਂ ਤਾਂ ਹੁਣ ਬੜੀ ਸੋਹਣੀ ਜਗ੍ਹਾ ਤੇ ਰੱਖੀ ਹੋਈ ਹੈ। ਹਾਂਜੀ। ਜਾਂ ਇਹਦੇ ਮੂਹਰੇ ਫਿਰ ਬੰਦੇ ਐਜ਼ ਏ ਆਕਸ ਬਣ ਕੇ ਲੈ ਕੇ ਜਾ। ਤੇ ਸੈਕੰਡਲੀ ਜਦੋਂ ਮੇਰੇ ਕੋਲੇ ਆਈ ਹੈ, ਇਹ ਈਜ਼ੀ ਨਹੀਂ ਸੀ ਟਰੱਕ ਤੋਂ ਲਾਉਣੀ। ਫਿਰ ਗਾਰਡਰ ਮੰਗਵਾ ਕੇ ਗਾਰਡਰ ਲਾਏ ਸੀ, ਉਹਦੇ ਉੱਤੇ ਆਏ ਹਨਾ ਸਲਾਈਡ ਕਰਕੇ। ਸੋ ਇਹ ਮਤਲਬ ਬਹੁਤ ਸੰਭਾਲ ਮੰਗਦੀ ਹੈ। ਤਾਂ ਹੀ ਤਾਂ ਅਸੀਂ ਆ ਗਜ਼ੀਬੋ ਇਹਦੇ ਲਈ ਬਣਾਇਆ। ਬਾਕੀ ਇਹਦੀ ਮੇਨਟੇਨੈਂਸ, ਸਫਾਈ ਹੁੰਦੀ ਰਹਿੰਦੀ ਹੈ ਟਾਈਮ ਟੂ ਟਾਈਮ। ਨਹੀਂ ਰੰਗ ਜਾਂ ਨਾ ਥੋੜਾ ਜਿਹਾ ਕਾਲਾ ਜਿਹਾ ਪੈ ਜਾਂਦਾ। ਸੋ ਇਟਸ ਸੇਫ ਹੇਅਰ। ਜਦੋਂ ਕੋਈ ਆਂਦਾ, ਕੋਈ ਰਿਸ਼ਤੇਦਾਰ ਆਂਦਾ ਤੁਹਾਡੇ ਘਰ, ਉਦੋਂ ਆ ਕੇ ਇਹ ਚੀਜ਼ਾਂ ਦੇਖਦਾ ਤੇ ਉਹਨਾਂ ਦਾ ਕੀ ਰਿਐਕਸ਼ਨ ਹੁੰਦਾ ਉਸ ਟਾਈਮ? ਉਹ ਤਾਂ ਬੜੇ ਖੁਸ਼ ਹੁੰਦੇ ਆ, ਸਪੈਸ਼ਲੀ ਜੇ NRIs ਆਉਂਦੇ ਆ। ਉਹ ਤਾਂ ਜਮਾਂ ਹੀ ਮਤਲਬ ਦੇ ਗੈਟ ਐਕਸਾਈਟਡ, ਕਹਿੰਦੇ ਇੱਥੋਂ ਫੋਟੋ ਖਿਚਾਉਣੇ। ਐਵਰੀ ਕੋਈ ਵੀ ਹੈ ਚਾਹੇ। ਸੋ ਇੱਥੇ ਹੀ ਸਾਡੇ ਘਰੇ ਜੇ ਪਾਰਟੀ ਹੁੰਦੀ ਹੈ ਤਾਂ ਜੈਂਟਸ ਇੱਥੇ ਬਹਿ ਜਾਂਦੇ ਆ, ਜਾਂ ਕਈ ਵਾਰੀ ਬੱਚੇ ਆਉਂਦੇ ਆ, ਬ੍ਰੇਕਫਾਸਟ ਕਹਿਣਗੇ ਬਾਹਰ ਕਰਾਂਗੇ ਵਿੰਟਰਸ। ਇਹ ਸਾਡੀ ਮਤਲਬ ਬਹੁਤ ਹੀ ਇੰਟਰਸਟਿੰਗ ਪਲੇਸ ਹੈ। ਤੇ ਹੁਣ ਮੈਂ ਵੈਸੇ ਦੇਖ ਰਹੀ ਹਾਂ ਵੀ ਜੇ ਮੈਨੂੰ ਰੱਥ ਵਗੈਰਾ ਮਿਲ ਜੇ ਤਾਂ ਉਸ ਕਾਰਨਰ 'ਚ ਮੈਂ ਰੱਥ ਦਾ ਸ਼ੈੱਡ ਜਿਹਾ ਬਣਾ ਲਾਂਗੇ, ਹੈ ਨਾ, ਗਜ਼ੀਬੋ। ਸੋ ਮੇਰਾ ਅੱਗੇ ਅੱਗੇ ਜੋ ਸੋਚਿਆ ਵੈਸੇ ਰੱਬ ਇੱਛਾ ਪੂਰੀ ਕਰ ਦਿੰਦਾ। ਸੋ ਲੈਟਸ ਸੀ ਕਦੋਂ ਇਹ ਵੀ ਇੱਛਾ ਪੂਰੀ ਹੁੰਦੀ ਹੈ। ਤੇ ਚਲੋ ਇਹ ਸਾਰੀਆਂ ਤਮਾਮ ਗੱਲਬਾਤ ਕਰ ਲਈਆਂ, ਪਰ ਉਸ ਤੋਂ ਬਾਅਦ ਇੱਕ ਪਰਸਨਲ ਲਾਈਫ ਵੀ ਥੋੜੀ ਹੈਗੀ ਆ, ਪਰਸਨਲ ਚੀਜ਼ਾਂ ਹੁੰਦੀਆਂ ਨੇ। ਤੇ ਇਹਦੀ ਸ਼ੁਰੂਆਤ ਬਾਰੇ ਵੀ ਗੱਲ ਕਰ ਲਈ ਅਸੀਂ। ਉਸ ਤੋਂ ਬਾਅਦ ਕੀ ਕਰਦੇ ਹੋ ਔਰ ਕੀ ਕੀ ਚੀਜ਼ਾਂ ਕਰਦੇ ਹੋ ਤੁਸੀਂ? ਕਿਉਂਕਿ ਤੁਹਾਡੇ ਬਾਰੇ ਸੁਣਿਆ ਤੁਸੀਂ ਲਿਖ ਵੀ ਬੜਾ ਚੰਗਾ ਲੈਂਦੇ ਹੋ, ਸਪੋਰਟਸ ਦੇ ਵਿੱਚ ਵੀ ਬੜੇ ਚੰਗੇ ਹੋ ਤੁਸੀਂ। ਹਾਂਜੀ। ਲਾਅ ਵੀ ਤੁਸੀਂ ਕੀਤੀ ਹੋਈ ਹੈ। ਹਾਂਜੀ। ਤਾਂ ਇਹ ਚੀਜ਼ਾਂ ਦੀ ਕਿਸ ਤਰ੍ਹਾਂ ਦੇ ਨਾਲ ਸ਼ੁਰੂਆਤ ਹੋਈ? ਕੀ ਕੀ ਚੀਜ਼ਾਂ ਹੋਰ ਕਰਦੇ ਹੋ, ਲਿਖਦੇ ਹੋ, ਕਿਸ ਬਾਰੇ ਲਿਖਦੇ ਹੋ? ਇਹ
ਕਈ ਵਾਰ ਤਾਂ ਮੈਂ ਵੀ ਹੈਰਾਨ ਹੋ ਜਾਂਦੀ ਵੀ ਮੈਂ ਕੀ ਚੀਜ਼ ਆ। ਆਈ ਡਨ, ਦੇਖੋ ਆਈ ਐਮ ਫਰੋਮ ਸੇਂਟ ਜੋਸਫ ਕਨਵੈਂਟ ਸਕੂਲ ਹੈ ਨਾ, ਬਠਿੰਡੇ ਤੋਂ ਪੜ੍ਹੀ ਹਾਂ। ਇੱਕ ਪਾਸੇ ਵਿਰਸਾ ਸ਼ੁਰੂ ਹੋ ਗਿਆ, ਰਾਈਟਿੰਗ ਮੈਂ ਪੰਜਾਬੀ 'ਚ ਵੀ ਕਰਦੀ ਹਾਂ, ਇੰਗਲਿਸ਼ ਵਿੱਚ ਵੀ। ਮੇਰਾ ਇੱਕ ਪੇਜ ਹੈ ਫੇਸਬੁੱਕ 'ਤੇ, ਸਟੋਰੀਜ਼ ਆਫ ਪੰਜਾਬ, ਉਹ ਵੀ ਰਨ ਕਰਦੀ ਹਾਂ। ਬੁੱਕ ਵੀ ਸ਼ੁਰੂ ਕੀਤੀ ਹੋਈ ਆਪਣੀ, ਤੇ ਇੱਕ ਪੇਜ ਸਟੋਰੀਜ਼ ਆਫ ਪੰਜਾਬ ਹੈ ਨਾ, ਜਿੱਥੇ ਮੈਂ ਆਰਟੀਕਲਸ ਵਿਰਸੇ ਦੇ ਜਾਂ ਪਰਸਨੈਲਿਟੀਜ਼ ਦੇ, ਜੋ ਪੰਜਾਬ ਦੀ ਕੋਈ ਵੀ ਹਿਡਨ ਕੋਈ ਹੈਗਾ ਕਿਤੇ ਖੂਹ ਹੈ, ਉਹਦੇ 'ਤੇ ਵੀ ਅਸੀਂ ਆਰਟੀਕਲ ਪਾਉਣੀ ਹੈ। ਦੂਜਿਆਂ ਨੂੰ ਵੀ, ਰੀਡਰਸ ਨੂੰ ਵੀ ਕਿਹਾ ਹੋਇਆ, ਤੁਹਾਨੂੰ ਕੋਈ ਚੰਗਾ ਲੱਗਦਾ ਯੂ ਆਲਸੋ ਰਾਈਟ ਇਹਦੇ ਲਈ। ਤੇ ਸੈਕੰਡਲੀ ਮੈਂ 2000 'ਚ ਮੇਰਾ ਖੈਰ ਬ੍ਰੇਨ ਟਿਊਮਰ ਦੀ ਸਰਜਰੀ ਹੋਈ ਸੀ, ਜਿਹਦੇ ਤੇ ਚਲੋ ਮੈਂ ਵਿਦ ਗ੍ਰੇਸ ਆਫ ਗੋਡ ਮੈਂ ਨਿਕਲ ਆਈ। ਪਰ 2013 ਦੇ ਵਿੱਚ ਮੈਨੂੰ ਮੈਨੇਜਾਈਟਸ ਨੇ ਘੇਰ ਲਿਆ, ਜਿਹਦੇ ਵਿੱਚੋਂ ਨਿਕਲਣਾ ਬਹੁਤ ਮੁਸ਼ਕਿਲ ਸੀ, ਪਰ ਆਪਾਂ ਉਹਦੇ 'ਚੋਂ ਵੀ ਨਿਕਲ ਆਏ। ਤੇ ਵਿਦਨ 6 ਮੰਥਸ ਫਿਰ ਮੇਰੇ ਦਿਮਾਗ 'ਚ ਪਤਾ ਨਹੀਂ ਕੀ ਆਇਆ, ਕਿਉਂਕਿ 1 ਸਾਲ ਪਹਿਲਾਂ ਮੈਂ ਸੁਣਿਆ ਸੀ ਵੀ ਕੋਈ ਵੈਟਰਨ ਐਥਲੈਟਿਕਸ ਹੁੰਦੀਆਂ, ਤੇ ਮੈਂ ਕਿਹਾ ਚਲੋ ਖੜੇ ਹੋ ਕੇ ਸਿੱਟ ਲਾਂਗੇ, ਐਂ ਤਾਂ ਫਿਰ ਸਾਡੇ 'ਚ ਐਨਰਜੀ ਹੈਗੀ ਆ। ਸੋ ਮੈਂ ਡਿਸਕਸ ਸ਼ਾਰਟਪੁੱਟ 'ਚ ਉਹਦੇ ਪੋਜੀਸ਼ਨਸ ਆਈਆਂ ਮੇਰੀਆਂ, ਸੈਕਿੰਡ 2 ਸਾਲ ਮੈਂ ਥਰੋਜ਼ ਕੀਤੀਆਂ। ਤੀਜੇ ਸਾਲ ਫਿਰ ਆਪਾਂ ਸਟੇਟ ਲੈਵਲ ਦੀਆਂ ਸੀਗੀਆਂ, ਨੈਸ਼ਨਲ ਲੈਵਲ ਦੀਆਂ? ਸਟੇਟ ਲੈਵਲ। ਠੀਕ ਹੈ। ਫਿਰ 100, 200, 400 ਵੀ ਲਾਈ। ਇੱਕ ਵਾਰੀ ਮੈਂ 3 골ਡ ਮੈਡਲ ਜਿੱਤੇ। ਸੋ 9 ਲੈਵਲ ਤੇ, ਸਟੇਟ ਲੈਵਲ ਦੇ। ਪੰਜਾਬ ਤੋਂ ਆਪਣੇ ਸਾਰੇ ਆਉਂਦੇ ਆ, ਸਾਰੇ ਉਧਰੋਂ ਫਾਜ਼ਿਲਕਾ, ਫਿਰੋਜ਼ਪੁਰ। ਤੇ 9 ਸਾਲ ਤੋਂ ਮੈਂ ਜਿੱਤਦੀ ਆ ਰਹੀ ਹਾਂ। ਤੇ ਇਸ ਵਾਰ ਫਿਰ ਮੈਂ ਸਬਾਬੀ ਕੋਈ ਬਣਦਾ ਤੇ ਨੈਸ਼ਨਲ 'ਚ ਜਾ ਕੇ ਆਈ ਫਸਟ ਟਾਈਮ, ਤੇ ਉੱਥੇ ਮੈਂ ਡਿਸਕਸ ਥਰੋ ਵਿੱਚ 골ਡ ਮੈਡਲ ਜਿੱਤਿਆ, ਤੇ 100 ਮੀਟਰ ਰੇਸ ਵਿੱਚ ਸੈਕਿੰਡ ਆਈ। ਸ਼ਾਰਟਪੁੱਟ 'ਚ ਮੈਂ 4th ਰਹਿ ਗਈ, ਬਿਕੋਜ਼ ਚੇਂਜ ਹੁੰਦੀ ਹੈ ਨਾ ਥੋੜ੍ਹਾ, ਇੱਥੋਂ ਤੇ ਉੱਥੋਂ ਦਾ ਫਰਕ ਹੈ। ਸੋ ਇੰਨਾ ਕੁ ਤਾਂ ਹੁੰਦਾ ਹੀ ਹੈ, ਫਸਟ ਟਾਈਮ ਸੀਗਾ। ਬਟ ਅੱਗੇ ਮੇਰੀ ਸਲਾਹ ਹੈਗੀ ਆ ਕਿ ਜੇ ਐਂ ਚੱਲਦਾ ਰਿਹਾ, ਪਰਫਾਰਮੈਂਸ ਚੰਗੀ ਰਹੀ, ਤਾਂ ਮੈਂ ਇੰਟਰਨੈਸ਼ਨਲੀ ਵੀ ਜਾਣਾ ਹੈ। ਉਮਰ ਕਿੰਨੀ ਹੋ ਚੁੱਕੀ ਹੈ ਤੁਹਾਡੀ? ਵੈਸੇ ਲੇਡੀਜ਼ ਉਹ ਪੁੱਛਦੇ ਨਹੀਂ ਹੁੰਦੇ, ਕੱਲ ਦੱਸ ਹੀ ਦਿੰਨੀ ਹੈ ਇਹਦੇ 'ਚ ਕੀ ਹੈ। ਆਈ ਐਮ 61 ਨਾਓ। 61 ਇਅਰਸ ਦੇ ਹੈਗੇ ਹੋ, ਹਾਲੇ ਵੀ ਚਾਹੁੰਦੇ ਹੋ ਕਿ ਹੁਣ ਦੇਸ਼ ਲਈ 골ਡ ਮੈਡਲ ਲੈ ਕੇ ਆਉਣਾ, ਇੰਟਰਨੈਸ਼ਨਲ ਲੈਵਲ 'ਤੇ ਤੁਸੀਂ ਜਾ ਰਹੇ ਹੋ, ਦੇਸ਼ ਦਾ ਨਾਂ ਤੇ ਪੰਜਾਬ ਦਾ ਨਾਂ ਰੋਸ਼ਨ ਕਰਨਾ। ਆਖਰ ਦੇ ਵਿੱਚ ਮੇਰਾ ਆਖਰੀ ਸਵਾਲ ਇਹੀ ਹੈ ਕਿ ਵਿਰਸਾ ਵੀ ਸਾਂਭਿਆ ਹੋਇਆ, ਲਿਖ ਵੀ ਲੈਂਦੇ ਹੋ, ਸਪੋਰਟਸ 'ਚ ਵੀ ਇਤਨੇ ਮਾਹਿਰ ਹੈਗੇ ਹੋ, ਤੇ ਕਈ ਬਿਮਾਰੀਆਂ ਤੁਹਾਡੇ 'ਤੇ ਆਈਆਂ, ਵਿਥ ਗੋਡ ਗ੍ਰੇਸ ਤੁਸੀਂ ਬਚ ਚੁੱਕੇ ਹੋ। ਜ਼ਿੰਦਗੀ 'ਚ ਆਖਰੀ ਤਮੰਨਾ ਕੀ ਹੈਗੀ ਹੈ, ਇੱਕ ਸੁਪਨਾ ਕੀ ਹੈਗਾ ਕਿ ਉਹ ਮੁਕਾਮ ਹਾਸਿਲ ਕਰਨਾ ਹੈ, ਉਹ ਸੁਪਨਾ ਪੂਰਾ ਕਰਨਾ? ਇੱਕ ਤਾਂ ਜੀ ਮੈਂ ਆਪਣੇ ਜਿਹੜੀ ਵਿਰਸੇ ਦੀ, ਮੈਂ ਇੱਕ ਜਿਹੜੇ ਆਰਟੀਕਲਸ ਲਿਖਦੀ ਹਾਂ, ਮੈਂ ਇੱਕ ਬੁੱਕ ਲਿਖਣੀ ਆ ਉਹਦੇ 'ਤੇ, ਹੈ ਨਾ, ਕਿਉਂਕਿ ਮੈਨੂੰ ਵੀ ਡਿਫਿਕਲਟੀਜ਼ ਆਉਂਦੀਆਂ, ਕਈ ਚੀਜ਼ਾਂ ਗੂਗਲ ਕਰੇ ਤੋਂ ਵੀ ਉਹਦਾ ਮਿਲਦੀ ਨਹੀਂ ਹੈਗੀ ਹਿਸਟਰੀ। ਇੱਕ ਮੈਂ ਵਿਰਸੇ ਦੀ ਆਪਦੀ ਬੁੱਕ ਕੰਪਲੀਟ ਕਰਨੀ ਹੈ। ਇੱਕ ਮੈਂ ਉਹਦੀ ਫੈਮਿਲੀ 'ਤੇ, ਮੈਂ ਡਾਇਰੀ ਮੇਰੀ ਤਿਆਰ ਹੈ, ਜਿਹਦੇ 'ਚ ਆਪਦੇ ਨਾਨਕੇ, ਦਾਦਕੇ, ਸਹੁਰੇ ਸਾਰਿਆਂ ਦਾ ਮਤਲਬ ਫੈਮਿਲੀ ਟਰੀਜ਼ ਵੀ ਬਣੇ ਹੈ, ਹਰ ਇੱਕ ਪਰਸਨੈਲਿਟੀ ਬਾਰੇ ਲਿਖਿਆ ਵੀ ਹੈ। ਤੇ ਉਹ ਮੈਂ ਚਾਹੁੰਦੀ ਹਾਂ ਕਿ ਸਾਰੇ ਸਾਡੇ ਜੋ ਮੇਰੇ ਕਜ਼ਨਸ ਹੈ, ਉਹਨਾਂ ਨੂੰ ਸਾਰਿਆਂ ਨੂੰ ਵੰਡ ਦੂੰਗੀ, ਸਭ ਨੂੰ ਮੇਰੇ 'ਤੇ ਜਾਂ ਆਉਣ ਵਾਲੀ ਜਿਹੜੀ ਪੀੜ੍ਹੀਆਂ ਨੇ ਉਹ ਬੁੱਕਸ ਨੂੰ ਹਾਂ, ਪੜ੍ਹਨਗੇ। ਕਿਉਂਕਿ ਜੇ ਮੈਨੂੰ ਕੋਈ ਨੌਲੇਜ ਹੈ ਤਾਂ ਉਹ ਤਾਂ ਸੀ ਬਿਕੋਜ਼ ਮੇਰੇ ਫਾਦਰ ਨੇ ਇੱਕ ਫੈਮਿਲੀ ਟਰੀ ਬਣਾਇਆ ਹੋਇਆ ਸੀ, ਮਹਾਰਾਜ ਤੋਂ ਲੈ ਕੇ ਤੇ ਮੈਂ 13-14 ਜਨਰੇਸ਼ਨਸ ਤੱਕ ਉਹਨਾਂ ਨੇ ਦਿੱਤਾ। ਪਰ ਉਦੋਂ ਗਾਹਾਂ ਮੈਂ ਆਪਣੀ ਖੋਜ ਕਰਕੇ, ਮੈਂ ਰਾਓ ਜੈਸਲ ਤੋਂ ਲੈ ਕੇ, ਜੈਸਲਮੇਰ ਤੋਂ ਲੈ ਕੇ, ਮੇਰੀ ਡਿਊਟੀ ਬਣਦੀ ਸੀ, ਹੁਣ ਪਾਪਾ ਨੇ ਤਾਂ ਦੇਤਾ। ਫਿਰ ਮੈਂ ਹੁਣ ਆਪਣਾ ਪਿੰਡ ਹੈ, ਸਾਡੇ ਬਜ਼ੁਰਗਾਂ ਨੇ ਖਰੀਦਿਆ ਸੀ, ਤਿੰਨ ਬ੍ਰਦਰਸ ਨੇ ਖਰੀਦਿਆ। ਹੁਣ ਉਹਨਾਂ ਦੇ ਜਿਹੜੇ 3 ਅੱਗੇ ਪਰਿਵਾਰ ਹੈਗੇ ਆ, ਉਹਨਾਂ ਦਾ ਮੇਰੇ ਫੈਮਿਲੀ ਟਰੀ 'ਚ ਮੇਰਾ ਐਡ ਔਨ ਕੀਤੇ ਹੋਏ ਆ। ਸੋ ਮੈਂ ਚਾਹੁੰਦੀ ਹਾਂ, ਇਹ ਵੀ ਮੇਰੀ ਜ਼ਿੰਮੇਵਾਰੀ ਹੈ। ਇੱਕ ਮੈਂ ਫੈਮਿਲੀਜ਼ ਦਾ, ਇੱਕ ਸਾਡੀ ਦਾ ਉਪਿੰਦਰ ਸੇਖੋਂ ਫੈਮਿਲੀ ਟ੍ਰੈਜਰ ਕਰਕੇ, ਮੇਰੇ ਸਾਰੇ ਰਿਸ਼ਤੇਦਾਰਾਂ ਦਾ ਉਹਦੇ ਵਿੱਚ ਸਭ ਕੁਝ ਹੁੰਦਾ, ਜਿਵੇਂ ਕੋਈ ਵਿਆਹ ਦੀਆਂ ਫੋਟੋਆਂ, ਕੋਈ ਮਰਗ ਹੋ ਗਈ ਉੱਥੇ ਵੀ ਉਹਦਾ, ਹੈ ਨਾ। ਅਤੇ ਜਦੋਂ ਵੀ ਕੋਈ ਆਉਂਦਾ, ਬਰਸੀ ਕਿਸੇ ਦੀ ਆਉਂਦੀ ਹੈ, ਤਾਂ ਮੈਂ ਉਹ ਵੀ ਸ਼ੇਅਰ ਕਰਦੀ ਹਾਂ ਉੱਦਣ ਉਹਨਾਂ ਦੀ ਫੋਟੋ। ਸੋ ਮੇਰਾ ਚੱਲ ਰਿਹਾ। ਬਾਕੀ ਇੰਟਰਨੈਸ਼ਨਲੀ ਤਾਂ ਮੈਂ ਜ਼ਰੂਰ ਜਿੱਤ ਕੇ ਆਉਣਾ, ਹੁਣ ਨਹੀਂ ਤਾਂ ਥੋੜ੍ਹੇ ਕੁਛ ਸਾਲਾਂ ਨੂੰ। ਇਹ ਸਾਰੇ ਮੈਂ ਇਹ ਐਕਸੈਲ ਕਰਨਾ ਹੀ ਕਰਨਾ ਹੈ। ਅਤੇ ਇਹ ਮੰਜੇ ਦੀ ਕੀ ਖਾਸੀਅਤ ਹੈਗੀ, ਕਿੰਨੇ ਸਾਲ ਪੁਰਾਣਾ ਹੈਗਾ ਇਹ ਜੀ? ਸਾਡੇ ਨਾ ਪਿੰਡ ਹੁੰਦਾ ਸੀਗਾ ਇਹ ਬਿਫੋਰ ਪਾਰਟੀਸ਼ਨ ਦਾ, ਅਤੇ ਪਹਿਲਾਂ ਤਾਂ ਯੂਜ਼ ਹੁੰਦਾ ਸੀਗਾ, ਹੌਲੀ ਹੌਲੀ ਟੁੱਟ ਗਿਆ। ਫਿਰ ਪਾਵੇ ਸੀਗੇ ਮੇਰੇ ਮਦਰ ਨੇ ਸਾਂਭੇ ਹੋਏ, ਅਤੇ ਫਿਰ ਮੈਨੂੰ ਉਹਨਾਂ ਨੇ ਦੇ ਤੇ। ਮੁੜ ਕੇ ਫਿਰ ਮੈਂ ਆਖਿਆ ਵੀ ਮੈਂ ਇਹਨੂੰ ਐਜ਼ ਇਟ ਇਜ਼ ਸੂਤ ਦਾ ਹੀ ਬਣਾਉਣਾ। ਫਿਰ ਮੈਂ ਮੁਕਤਸਰੋਂ ਸੂਤ ਲਿਆਂਦਾ, ਅਤੇ ਸਾਡਾ ਜਿਹੜਾ ਬੁਣਨ ਵਾਲਾ ਉਹ ਵੀ ਬੰਦਾ ਚੰਗਾ ਹੀ ਹੈ, ਅਤੇ ਉਹਨੇ ਫਿਰ ਬਣਾਤਾ।
ਇਹ ਕਿਹੜੀ ਜਗ੍ਹਾ ਤੋਂ ਪਾਵੇ ਆਏ ਸੀਗੇ? ਮਦਰ ਕਿੱਧਰ ਰਹਿੰਦੇ ਸੀਗੇ ਤੁਹਾਡੇ? ਨਹੀਂ ਹੈ ਤਾਂ ਜਿਵੇਂ ਮਦਰ ਤਾਂ ਮੇਰੇ ਬਰਨਾਲੇ ਦੇ ਹੈ ਤੇ ਪਿੰਡ ਸਾਡਾ ਹੈਗਾ ਚੱਕ ਕਤਰ ਸਿੰਘ ਵਾਲਾ ਹੈ ਨੀਅਰ ਕਾਲ ਚਰਾਣੀ ਬਾਦਲ ਤੇ ਉੱਥੇ ਹੁੰਦਾ ਸਾਡੇ ਪਿੰਡ। ਕਿੰਨੇ ਸਾਲ ਪੁਰਾਣੇ ਲਗਭਗ ਹੈਗੇ ਇਹ? ਤੁਸੀਂ ਦੇਖ ਲਓ ਬਿਫੋਰ ਪਾਰਟੀਸ਼ਨ, ਫਿਰ ਉਹ ਤਾਂ ਹੁਣ ਮੈਨੂੰ ਵੀ ਨਹੀਂ ਪਤਾ, ਇਹ ਤਾਂ ਪਹਿਲਾਂ ਦੇ ਚੱਲੇ ਆ ਰਹੇ ਹੋਣੇ ਨਾ ਵੀ ਮੇਰੇ ਪੜਦਾਦਾ ਜੀ ਵੇਲੇ ਦੇ, ਮਤਲਬ 100 ਸਾਲ ਤੋਂ ਜ਼ਿਆਦਾ ਦਾ ਪੁਰਾਣਾ। इजीली क्योंकि बड़े हैवी है पावे। हाँ, नाम क्या है? मेरा नाम अमेर सिंह है जी, मैं उत्तराखंड से बिलोंग करता हूँ। हेमकुंड साहब गए होने कभी आप? हाँ जी, हाँ जी। वहाँ से मेरा 10 किलोमीटर पीछे गांव है। मैं यहाँ पर 98 से जॉब कर रहा हूँ। और इन बर्तनों के बारे में भी आपको बताना चाहूँगा कि बड़ी नाजुक चीज़ है। अगर हम इसको ऐसे ज़ोर से उठाते हैं और कोई तेज़ ब्रश मारते हैं तो ये सारे ख़राब हो जाएंगे। बड़े ध्यान से इनको साफ़ करना होता है। हमारे पास कॉटन जैसा ब्रश रखा हुआ है, उससे एक पाउडर है हमारे पास, नींबू का छिलका रगड़ लेते हैं, वो सॉफ्ट होता है। कोई झरीट नहीं, कोई कुछ नहीं किसी बर्तनों पे। और ये क्या चीज़ है? इनको कैसे साफ करते हैं? इनको क्या? सेम सबके लिए सेम साबुन, सेम ब्रश रखा हुआ है। ये पहले बहुत गंदे हुआ करते थे जी। हमने 3-4 जने हम घर पे जो काम करते हैं, सारे मेहनत से बैठ के चादर बिछा के रसोई में रख के एक एक चीज़ें उठा के फिर साफ़ करते हैं, फिर वापस उसी जगह पर रख देते हैं। तो जैसे कि आजकल पीतल तो बरसातों में बहुत काला पीला पड़ जाता है, लेकिन हमारा साफ़ सुथरा पड़ा हुआ है। कैसे आपको यहाँ पर 24 साल होने वाले हैं? हाँ जी। 24 साल पहले आपकी उम्र भी बहुत कम होगी जब हाँ जी, मैं 16 साल का था तब। तो 24 साल से अभी ये सारी चीजें देख रहे हैं। हाँ जी। कितना प्यार इसके साथ अब पड़ चुका है। हाँ जी, हाँ जी। सारी चीजें और ये वो भी चीजें पड़ी हमें ऐसा लगता है कि हमने अपने पैसों से और अपनी मेहनत से जैसे ये सामान इकट्ठा कर रखा होगा कि मेरा अपना है ये, इसीलिए साम्या हुआ है जी। जे मैं ऐसे सोचूं कि नहीं मालकों ने चीज़ें इकट्ठी करी हुई तोड़ फोड़ के रख देता, नहीं तो मैं, पर मुझे भी इन चीज़ों से प्यार हो रखा है। और लगता है कि अगर ये चीजें बनाऊं घर पे तो उसके बिना दिल लगेगा या फिर इन चीजों को देख के? नहीं लगेगा जी। नहीं, बिल्कुल नहीं। कितना प्यार होगा इन चीजों से? बहुत ज़्यादा, जैसे अपने बच्चों से अपनी फैमिली से उतना ही इनसे भी है जी। ਤੇ ਬਿਲਕੁਲ ਤੇ ਉਪਿੰਦਰ ਸੇਖੋ ਜੀ ਸਾਡੇ ਨਾਲ ਸੀਗੇ ਗੱਲਬਾਤ ਕਰਕੇ। ਹਾਲਾਂਕਿ ਬਹੁਤ ਚੰਗਾ ਲੱਗਦਾ ਜਦੋਂ ਪੰਜਾਬ ਦਾ ਵਿਰਸਾ ਜਿਹੜਾ ਹੈ ਉਹ ਦੇਖਣ ਨੂੰ ਮਿਲਦਾ। ਇੱਕ ਜਗ੍ਹਾ ਦੇ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੇ ਸਾਂਭ ਕੇ ਰੱਖੀਆਂ ਹੋਈਆਂ ਨੇ, ਜਿਹੜੇ ਇਹਨਾਂ ਦੇ ਪੂਰਵਜ ਸੀਗੇ ਉਹਨਾਂ ਦੀ ਕਾਫੀ ਚੀਜ਼ਾਂ ਜਿਹੜੀਆਂ ਨੇ ਸਾਂਭ ਕੇ ਰੱਖੀਆਂ ਹੋਈਆਂ ਨੇ। ਤਾਂ ਗੱਲਬਾਤ ਕੀਤੀ ਹੈ तमाम ਮੁੱਦੇ ਨੂੰ ਲੈ ਕੇ। ਇੱਕ ਤਰਫ ਪੰਜਾਬ ਦੇ ਵਿਰਸੇ ਨੂੰ ਲੈ ਕੇ ਗੱਲਬਾਤ ਕੀਤੀ ਹੈ ਤੇ ਦੂਜੀ ਤਰਫ ਕਿਸ ਤਰ੍ਹਾਂ ਦੇ ਨਾਲ ਇਹਨਾਂ ਦਾ ਮੋਹ ਪਿਆ, ਕਿਸ ਤਰ੍ਹਾਂ ਦੇ ਨਾਲ ਇੰਨਾ ਪਿਆਰ ਇਹਨਾਂ ਦਾ ਹੈਗਾ ਪੰਜਾਬ ਦੇ ਵਿਰਸੇ ਨੂੰ ਲੈ ਕੇ। ਤੇ तमाम ਗੱਲਬਾਤ ਕੀਤੀ ਹੈ। तमाम ਗੱਲਬਾਤ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ। ਵੀਡੀਓ ਨੇ ਅਸ਼ੋਕ ਦੇ ਨਾਲ ਸਕਰੋਲ ਪੰਜਾਬ ਟੀਵੀ ਚੰਡੀਗੜ੍ਹ।